ਬਲਿਓ ਚਿਰਾਗ ਅੰਧਾਰ ਮਹਿ, ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਸਰਬ ਨਿਧਾਨ ਰਾਖੇ ਜਨ ਮਾਹੇ, ਤਾਂ ਕੈ ਸੰਗ ਕਿਲ ਵਿਖ ਦੁਖ ਜਾਹੇ। ਜਨ ਕੀ ਮਹਿਮਾ ਕਥੀ ਨ ਜਾਏ, ਪਾਰ ਬ੍ਰਹਮ ਜਨ ਰਹਿਆ ਸੁਮਾਏ। ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਮਹਾਂਪੁਰਸ਼ ਸੰਤ ਬਾਬਾ ਗੁਰਵਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਆਪ ਸਰਬੱਤ ਸੰਗਤ ਦੇ ਸਹਿਯੋਗ ਸਦਕਾ ਖੁਦ ਖੁਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਿਲਬੰਦ ਉਹ ਮਹਾਤਮਾ ਬ੍ਰਹਮ ਵੇਤੇ ਪ੍ਰਮਾਤਮਾ ਵਿੱਚ ਅਭੇਦ ਪੁਰਸ਼ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਆਗਾਜ਼ ਨੂੰ ਸਮਰਪਿਤ ਤੇ ਗੁਰਮਤਿ ਸਮਾਗਮ ਉਲੀਕੇ ਗਏ ਹਨ। ਬੜੇ ਹੀ ਸਤਿਕਾਰਯੋਗ ਕਥਾਵਾਚਕ ਬੇਅੰਤ ਗੁਰੂ ਪਾਤਸ਼ਾਹ ਜੀ ਦੀਆਂ ਬਖਸ਼ੀਆਂ ਸਟੇਜਾਂ ਦੇ ਉੱਤੇ ਸਿੱਖ ਜਗਤ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਵਾਲੇ ਗਿਆਨੀ ਅਵਤਾਰ ਸਿੰਘ ਜੀ ਆਪ ਸੰਗਤ ਨਾਲ ਸਾਂਝ ਪਾ ਕੇ ਹਟੇ ਨੇ। ਦੇਖੋ, ਜਿਹੜੀ ਸੰਤ ਦੀ ਮਹਿਮਾ ਹੈ, ਪਰਮਾਤਮਾ ਤੇ ਜਨ ਦੇ ਵਿੱਚ ਰੰਚਕ ਮਾਤਰ ਵੀ ਫਰਕ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈ। ਇਹ ਸਾਧੂਆਂ ਦੀ ਮਹਿਮਾ ਹੈ, ਉਹਨਾਂ ਦੀਆਂ ਮੁਸ਼ੱਕਤਾਂ ਨੇ। ਪਰਮਾਤਮਾ ਦਾ ਨਾਮ ਜਪਦੇ ਨੇ, ਜਪਾਉਂਦੇ ਨੇ। ਇਸੇ ਕਰਕੇ ਹੀ ਉਹਨਾਂ ਦੇ ਇੱਕ ਪਿਆਰ ਭਰੇ ਸੱਦੇ ਤੇ ਤੁਸੀਂ ਲੱਖਾਂ ਦੀ ਗਿਣਤੀ ਵਿੱਚ ਹਰ ਸਾਲ ਮਾਂਡੀ ਵਿਖੇ ਪੇਹੋਵਾ ਹਰਿਆਣੇ ਦੇ ਇਲਾਕੇ ਵਿੱਚ ਸ਼ਿਰਕਤ ਕਰਦੇ ਹੋ। ਮਹਾਂਪੁਰਸ਼ਾਂ ਬਾਬਤ ਬਾਣੀ ਦੇ ਬੋਲ ਨੇ, ਬ੍ਰਹਮ ਮੈਂ ਜਨ, ਜਨ ਮਹਿ ਪਾਰ ਬ੍ਰਹਮ। ਰੱਬ ਦੀ ਜਾਤ ਵਿੱਚ ਤੇ ਸੰਤ ਦੀ ਜਾਤ ਵਿੱਚ ਫਰਕ ਕੋਈ ਨਹੀਂ ਹੈ। ਪਰਮਾਤਮਾ ਵਿੱਚ ਜੋ ਅਭੇਦ ਹੋ ਜਾਂਦਾ ਹੈ, ਉਹਦੀ ਦੁਨੀਆ ਵਿੱਚ ਵਡਿਆਈ ਹੈ। ਉਹ ਜਿਵੇਂ ਬ੍ਰਹਮ ਪਸਰਿਆ ਹੈ, ਉਹਦੀ ਵਡਿਆਈ ਪਸਰ ਜਾਂਦੀ ਹੈ। ਕਹਿੰਦੇ ਦਾ ਸੇਂਟ ਅਬਾਈਡਸ ਇਨ ਦਾ ਲਾਰਡ। ਸੰਤ ਰੱਬ ਵਿੱਚ ਵਸਦੇ ਨੇ, ਐਂਡ ਦਾ ਲਾਰਡ ਇਨ ਦਾ ਸੇਂਟਸ। ਉਹ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਦੇ ਅੰਦਰ ਪਰਮਾਤਮਾ ਪ੍ਰਗਟ ਹੈ। ਹਾਂ, ਮਹਾਰਾਜ ਕਹਿੰਦੇ ਨੇ, ਇੱਕ ਹੈ ਆਪ ਨਹੀਂ ਕਛ ਭਰਮ। ਇਹ ਭਰਮ ਨਹੀਂ ਰੱਖਣਾ ਚਾਹੀਦਾ, ਇਹ ਮਨ 'ਚ ਡਾਊਟ ਨਹੀਂ ਚਾਹੀਦਾ, ਕੋਈ ਤਰਕ ਨਹੀਂ ਕਰਨਾ ਚਾਹੀਦਾ ਵੀ ਸੰਤ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਹੈ, ਫਰਕ ਹੈ।
ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੈ। ਇਹ ਨਾ ਸਮਝ ਲਿਓ ਵੀ ਕਿਸੇ ਪ੍ਰਚਾਰਕ ਦੀ ਵਿਚਾਰਧਾਰਾ ਹੈ। ਇਹਦਾ ਕੋਈ ਹੋਰ ਕਾਰਨ ਹੋਵੇਗਾ ਵੀ ਸਾਧੂਆਂ ਦੀ ਵਡਿਆਈ ਕਿਸੇ ਲਾਲਚ ਵਸ ਗਾਈ ਜਾ ਰਹੀ ਹੈ। ਇਹ ਵਿਚਾਰਧਾਰਾ ਕਿਸ ਦੀ ਹੈ? ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡਿਆ ਵਰਨਾ ਕੋਏ। ਗੁਰੂ ਗ੍ਰੰਥ ਸਾਹਿਬ ਦੇ ਇਹ ਪਾਕ ਬੋਲ ਨੇ। ਬਾਬਾ ਸ਼੍ਰੀ ਚੰਦ ਜੀ ਉਹ ਗੁਰੂ ਕੀ ਵੰਸ਼ ਨੇ। ਇੱਕ ਤੇ ਆ ਇਬਾਦਤ ਬੰਦਗੀ ਕਰਨ ਵਾਲਾ ਸਤਿਪੁਰਸ਼, ਉਹਦੀ ਵਡਿਆਈ ਹੈ। ਇਹ ਖੁਦ ਖੁਦਾ ਗੁਰੂ ਨਾਨਕ ਦੀ ਵੰਸ਼ ਨੇ। ਆਪਾਂ ਬਾਣੀ ਵਿੱਚ ਕਈ ਵਾਰ ਇਹ ਪੜ੍ਹਦੇ ਆਂ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ ਮਾਏ। ਗੁਰੂ ਪਾਤਸ਼ਾਹ ਦਾ ਦੁਨੀਆ ਤੇ ਆਗਾਜ਼ ਹੁੰਦਾ ਹੈ ਜਿਸ ਕੁੱਖ ਤੋਂ ਹੁੰਦਾ ਹੈ, ਜਿਸ ਹਿਰਦੇ ਵਿੱਚ ਪ੍ਰਕਾਸ਼ਵਾਨ ਹੁੰਦੇ ਨੇ, ਉਹ ਮਾਂ ਧੰਨ ਹੈ, ਮਾਤਾ ਤ੍ਰਿਪਤਾ ਧੰਨ ਹੈ, ਪਿਤਾ ਮਹਿਤਾ ਕਾਲੂ ਚੰਦ ਜੀ ਧੰਨ ਨੇ। ਇੰਗਲਿਸ਼ ਦੇ ਟੀਕਾਕਾਰ ਬੜਾ ਸੁੰਦਰ ਲਿਖਦੇ ਨੇ, ਕਹਿੰਦੇ ਹੇਲ ਟੂ ਦਾ ਫਾਦਰ, ਹੇਲ ਟੂ ਦਾ ਮਦਰ। ਮਾਂ ਧੰਨ ਹੈ ਕਹਿੰਦੇ, ਪਿਤਾ ਧੰਨ ਹੈ, ਤੇ ਸਾਰੇ ਦੀ ਸਾਰੀ ਆਖਣ ਲੱਗੇ ਉਹਦੀ ਵੰਸ਼ ਧੰਨ ਹੈ, ਕੁਲ ਧੰਨ ਹੈ। ਤੇ ਜਿਸ ਪਾਕ ਵੰਸ਼ ਦੇ ਵਿੱਚੋਂ ਇੱਕ ਨਾਮ ਹੈ ਬਾਬਾ ਸ਼੍ਰੀ ਚੰਦ ਜੀ ਦਾ। ਤੇ ਕਈ ਫਿਰ ਵੀ ਮਨਮੁਖ ਲੋਕ ਬਾਣੀ ਨੂੰ ਦਰਕਿਨਾਰ ਕਰਕੇ ਪਾਪ ਦੇ ਭਾਗੀ ਬਣਦੇ ਨੇ ਬਾਬਾ ਸ਼੍ਰੀ ਚੰਦ ਜੀ ਦੀ ਨਿੰਦਾ ਕਰਕੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਦੇਵ ਗੋਵਿੰਦ ਰੂਪ। ਹੁਣ ਤੇ ਇੰਨੇ ਵੱਧ ਗਏ ਨੇ ਨਾ ਕੁਤਰਕਵਾਦੀ, ਉਹ ਕਹਿੰਦੇ ਆ ਜਿਹੜਾ ਦੇਵ ਲਫ਼ਜ਼ ਹੈ ਨਾ ਗੁਰੂ ਨਾਨਕ ਦੇ ਨਾਲ, ਇਹ ਸਨਾਤਨ ਮਤੀਆਂ ਜਾਣ ਬੁੱਝ ਕੇ ਜੋੜਿਆ ਹੈ ਉਹਨਾਂ ਨੂੰ ਹਿੰਦੂ ਸਾਬਤ ਕਰਨ ਲਈ। ਦੇਖੋ ਏਦਾਂ ਕੋਈ ਕਿਸੇ ਨੂੰ ਆਪਣੇ ਧਰਮ ਦੇ ਵਿੱਚ ਧੱਕੋ ਜ਼ੋਰੀ ਨਹੀਂ ਲਿਜਾ ਸਕਦਾ। ਇਹ ਤੇ ਬਾਣੀ ਵਿੱਚ ਸਾਫ਼ ਲਿਖਿਆ ਹੈ, ਨਾ ਹਮ ਹਿੰਦੂ ਨਾ ਮੁਸਲਮਾਨ। ਆਪਾਂ ਕੌਣ ਹੈ? ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ। ਇਹ ਸਿੱਖ ਪੰਥ ਇੱਕ ਵੱਖਰਾ ਧਰਮ ਹੈ। ਹੁਣ ਇਹ ਗੁਰੂ ਅਰਜਨ ਸਾਹਿਬ ਦੇ ਬੋਲ ਨੇ, ਗੁਰੂ ਨਾਨਕ ਦੇਵ ਗੋਵਿੰਦ ਰੂਪ। ਤੇ ਕਹਿੰਦੇ ਦੇਵ ਲਫ਼ਜ਼ ਨਾ ਵਰਤਿਆ ਕਰੋ, ਨਾਨਕ ਹੀ ਆਖਿਆ ਕਰੋ। ਤੇ ਜਿਹੜੇ ਬਾਣੀ ਨੂੰ ਕੱਟਣ ਤੁਰ ਪਏ ਨੇ, ਤੇ ਫਿਰ ਚਾਹੀਦਾ ਸਾਨੂੰ ਕੀ ਹੈ? ਉਹਨਾਂ ਨੂੰ ਸਟੇਜਾਂ ਤੇ ਸੱਦ ਕੇ ਕਥਾ ਕਰਵਾ ਕੇ ਉਹਨਾਂ ਨੂੰ ਸਰੋਪੇ ਦੇਣੇ ਨੇ ਕਿ ਰਾਮ ਰਾਏ ਵਾਂਗੂ ਘਰੋਂ ਕੱਢਣਾ ਹੈ ਉਹਨਾਂ ਨੂੰ? ਤੇ ਜੇ ਸਰੋਪੇ ਦੇਣੇ ਨੇ ਤੇ ਤੁਸੀਂ ਵੀ ਗੁਰੂ ਘਰ ਦੇ ਵੈਰੀ, ਤੇ ਜੇ ਘਰੋਂ ਕੱਢਣਾ ਹੈ ਤੇ ਫਿਰ ਗੁਰੂ ਦੇ ਦਰ ਦੀਆਂ ਖੁਸ਼ੀਆਂ ਨੇ। ਕਹਿੰਦੇ ਦੇਵ ਲਫ਼ਜ਼ ਨਾ ਵਰਤੋ। ਅੱਛਾ, ਗੁਰੂ ਅਰਜਨ ਸਾਹਿਬ ਵਰਤ ਰਹੇ ਨੇ ਤੇ ਅਸੀਂ ਕਿਸੇ ਚੰਮ ਦੇ ਲਿਫਾਫੇ ਪਿੱਛੇ ਲਾ ਕੇ ਬਾਣੀ ਦੀ ਵੱਡੋ ਕੱਟੀ ਕਰਕੇ ਤੇ ਗੁਰੂ ਨਾਨਕ ਦੇਵ ਦਾ ਨਾਮ ਲੈਣਾ ਛੱਡ ਦਈਏ, ਦੇਵ ਲਫ਼ਜ਼ ਵਰਤਣਾ ਛੱਡ ਦਈਏ। ਥੋੜਾ ਜਿਹਾ ਬਾਣੀ ਨੂੰ ਆਪ ਵਿਚਾਰਿਆ ਕਰੋ, ਤੁਹਾਨੂੰ ਇਹ ਲੋਕ ਗੁੰਮਰਾਹ ਕਰਦੇ ਨੇ। ਉਹ ਜਿਹੜੇ ਦੇਵਾਨ ਦੇਵ ਨੇ, ਖੁਦ ਖੁਦਾ ਗੁਰੂ ਨਾਨਕ ਸਾਹਿਬ ਉਹਨਾਂ ਦੇ ਲਖਤੇ ਜਿਗਰ ਨੇ ਬਾਬਾ ਸ਼੍ਰੀ ਚੰਦ ਜੀ। ਇੱਕ ਨਾ ਮਹਾਪੁਰਸ਼ ਹੋਇਆ ਹੈ ਪੀਰ ਵਲੀ ਨਿਆਮਤ ਉੱਲਾ ਸ਼ਾਹ ਕਸ਼ਮੀਰੀ। ਗੁਰੂ ਨਾਨਕ ਸਾਹਿਬ ਤੋਂ ਬੜਾ ਸਮਾਂ ਪਹਿਲਾਂ ਹੋਇਆ ਹੈ। ਫਾਰਸੀ ਵਿੱਚ ਪੇਸ਼ੇਨ ਗੋਈ ਉਸਨੇ ਲਿਖੀ ਹੈ ਕਿਤਾਬ ਵਿੱਚ। ਕੁਝ ਆਉਣ ਵਾਲੇ ਸਮੇਂ ਦੀਆਂ ਝਲਕੀਆਂ ਪੇਸ਼ ਕੀਤੀਆਂ ਨੇ, ਭਵਿੱਖਿਅਤ ਵਾਕ ਲਿਖੇ ਨੇ ਉਸਨੇ। ਤ੍ਰਿਕਾਲਦਰਸ਼ੀ ਹੋ ਜਾਂਦਾ ਨਾ ਮਹਾਤਮਾ ਜਿਹੜਾ ਰੱਬ ਵਿੱਚ ਸਮਾ ਜਾਵੇ। ਉਹ ਗੁਰੂ ਨਾਨਕ ਸਾਹਿਬ ਦੇ ਆਗਾਜ਼ ਤੋਂ ਪਹਿਲਾਂ ਹੀ ਉਹਨੇ ਕੁਝ ਬਚਨ ਲਿਖੇ ਨੇ। ਬੂਦ ਨਾਨਕ, ਅਰਬੀ ਫਾਰਸੀ ਦੇ ਵਿਦਵਾਨ ਨੇ। ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ ਹਾਏ ਮਾਰਫਤ ਜੋ ਰਹਾ ਕੁਸ਼ਾ, ਲੇਕਿਨ ਈ ਮਰਦੇ ਖੁਦਾ ਅਹਲੇ ਸਫਾ, ਕਿਰਦ ਕੌਮੇ ਕੇ ਜਬ ਹਾਏ ਜਾ ਰਹਾ। ਉਹ ਮਹਾਪੁਰਸ਼ ਕਹਿੰਦਾ ਵੀ ਇੱਕ ਮਰਦੇ ਖੁਦਾ ਪ੍ਰਗਟ ਹੋਵੇਗਾ, ਕਾਮਲ ਅਜ਼ਮਤੀ,
ਜਿਹਦਾ ਨਾਮ ਨਾਨਕ ਹੋਵੇਗਾ। ਗੁਰੂ ਨਾਨਕ ਸਾਹਿਬ ਦੇ ਅਵਤਾਰ ਤੋਂ ਪਹਿਲਾਂ ਲਿਖ ਰਿਹਾ ਹੈ, ਜਿਹਦਾ ਨਾਮ ਨਾਨਕ ਹੋਵੇਗਾ ਉਹ ਐਸੇ ਐਸੇ ਭੇਦ ਖੋਲੇਗਾ ਜਿਹੜੇ ਉਸ ਤੋਂ ਪਹਿਲਾਂ ਕਿਸੇ ਵੀ ਦੁਨੀਆ ਦੇ ਪੈਗੰਬਰ ਮਹਾਪੁਰਸ਼ ਨੇ ਖੋਲੇ ਨਹੀਂ, ਕਿਉਂਕਿ ਉਹਦੇ ਨਾਲੋਂ ਵੱਡਾ ਕੋਈ ਦੁਨੀਆ ਤੇ ਆਇਆ ਹੀ ਨਹੀਂ। ਤੇ ਜਿਹਦੇ ਨਾਲੋਂ ਵੱਡਾ ਕੋਈ ਦੁਨੀਆ ਤੇ ਆਇਆ ਹੀ ਨਹੀਂ ਹੈ, ਖੰਡਾਂ ਬ੍ਰਹਮੰਡਾਂ ਦੇ ਮਾਲਕ ਖੁਦ ਖੁਦਾ ਗੁਰੂ ਨਾਨਕ ਹੋ ਕੇ ਦੁਨੀਆ ਤੇ ਆਏ ਨੇ, ਉਹਦੀ ਔਲਾਦ ਨੂੰ, ਉਹਦੀ ਵੰਸ਼ ਨੂੰ, ਉਹਦੇ ਲਖਤੇ ਜਿਗਰ ਨੂੰ ਬੁਰਾ ਕਹਿਣਾ, ਬਿਨਾਂ ਉਹਦੇ ਇਤਿਹਾਸ ਨੂੰ ਵਾਚੇ ਜਾਣੇ। ਜੇ ਗੁਰੂ ਨਾਨਕ ਸਾਹਿਬ ਤੋਂ ਲਹਿਦਾ ਬਾਬਾ ਸ਼੍ਰੀ ਚੰਦ ਜੀ ਦਾ ਕੋਈ ਹੋਰ ਰਿਸ਼ਟ ਹੁੰਦਾ ਤੇ ਉਹ ਹੋਰਾਂ ਧਰਮਾਂ ਦਾ ਪ੍ਰਚਾਰ ਕਰਦੇ। ਉਹਨਾਂ ਦੀ ਚੱਲੀ ਉਦਾਸੀਨ ਸੰਪਰਦਾਇ ਦੇ ਮਹਾਪੁਰਸ਼ ਗੁਰਧਾਮ ਨਾ ਸਾਂਭਦੇ 17ਵੀਂ 18ਵੀਂ 19ਵੀਂ ਸਦੀ ਦੇ ਵਿੱਚ, ਸਿੱਖੀ ਦਾ ਪ੍ਰਚਾਰ ਨਾ ਕਰਦੇ ਹੋ। ਗੁਰੂ ਨਾਨਕ ਸਾਹਿਬ ਕਿੰਨੇ ਕੁ ਵੱਡੇ ਨੇ, ਮੈਂ ਤੁਹਾਨੂੰ ਸਾਇੰਸ ਦੇ ਕੰਪੈਰੀਟਿਵਲੀ ਦੱਸ ਦਿੰਦਾ, ਕਿਉਂਕਿ ਅੱਜ ਕੱਲ ਬੜੀਆਂ ਪੁੱਛਾਂ ਚੁੱਕੀ ਫਿਰਦੇ ਨੇ, ਬੜਾ ਸਾਇੰਸ ਜਪਿਆ ਜਾ ਰਿਹਾ ਹੈ। ਅੱਛਾ, ਸਾਇੰਸ ਇਹਨਾਂ ਨੂੰ ਰੋਟੀ ਨਹੀਂ ਦਿੰਦੀ, ਰੋਟੀ ਗੁਰੂ ਨਾਨਕ ਦੀ ਗੋਦ 'ਚ ਬਹਿ ਕੇ ਪ੍ਰਚਾਰ ਕਰਕੇ ਹੀ ਸੰਗਤਾਂ ਤੋਂ ਇਕੱਠੀ ਕਰਕੇ ਖਾਂਦੇ ਨੇ। ਤੇ ਗੁਣ ਕਿਹਦੇ ਗਾਉਂਦੇ ਨੇ? ਸਾਇੰਸ ਦੇ। ਇਸ ਬ੍ਰਹਿਮੰਡ ਵਿੱਚ ਵੱਡੀ ਤਾਕਤ ਕਿਹੜੀ ਹੈ? ਹੋਰ ਹੀ ਗੱਲਾਂ ਉਹਨਾਂ ਬਣਾਈਆਂ ਪਈਆਂ। ਗੈਸ ਤੋਂ ਦੁਨੀਆ ਬਣੀ ਹੈ, ਗੈਸ ਤੋਂ ਬੰਦੇ ਬਣੇ ਨੇ, એનર્ਜੀ ਤੋਂ ਬੰਦੇ ਬਣੇ ਨੇ। ਅੱਛਾ ਵੇਖੋ, ਉਸ ਵਿਸ਼ੇ ਬਾਰੇ ਬੋਲਣਾ ਚਾਹੀਦਾ ਜਿਹਦੇ ਬਾਰੇ ਉਹਨਾਂ ਪੜ੍ਹਿਆ। ਜਿਹੜੇ ਐਸੇ ਬੋਲਦੇ ਨੇ ਨਾ, ਜੇ ਉਹਨਾਂ ਨੂੰ ਦੁਨਿਆਵੀ ਵਿਦਿਆ ਬਾਬਤ ਪੁੱਛੋ ਤੇ ਮੈਂ ਨਹੀਂ ਮੰਨਦਾ ਵੀ ਉਹ ਸਕੂਲ ਸਕਾਲ ਵੀ ਗਏ ਨੇ, ਤੇ ਜੇ ਗਏ ਨੇ ਤੇ 5ਵੀਂ 7ਵੀਂ ਤੱਕ ਹੀ ਪੜ੍ਹੇ ਨੇ। ਤੇ ਗੱਲਾਂ ਸਾਇੰਸ ਦੀਆਂ ਵੀ ਜਿਵੇਂ ਕੋਈ ਮਾਸਟਰਸ ਡਿਗਰੀ ਹੁੰਦੀ ਹੈ, ਬਾਇਓ ਦੇ ਪ੍ਰੋਫੈਸਰ ਹੁੰਦੇ ਨੇ, ਫਿਜ਼ਿਕਸ ਦੇ ਪ੍ਰੋਫੈਸਰ ਹੁੰਦੇ ਨੇ। ਗੁਰੂ ਨਾਨਕ ਕਿੰਨਾ ਵੱਡਾ ਹੈ। ਬਾਣੀ ਨੇ ਇੱਕ ਲਫ਼ਜ਼ ਵਰਤਿਆ, ਕਹਿੰਦੇ ਕਲਾ ਵਿੱਚ, ਕਰਾਮਾਤ ਵਿੱਚ ਗੁਰੂ ਨਾਨਕ ਤੋਂ ਵੱਡਾ ਕੋਈ ਨਹੀਂ ਹੈ। ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ। The Lord himself wielded his power, ਪਾਵਰ ਇਕੱਠੀ ਕਰਕੇ ਨਾ, ਰੱਬ ਕਰਾਮਾਤ ਇਕੱਠੀ ਕਰਕੇ enter into this world, ਇਸ ਦੁਨੀਆ ਦੇ ਉੱਤੇ ਉਹ ਆਇਆ, ਕਰਾਮਾਤ ਲੈ ਕੇ ਆਇਆ। ਇਹ ਕਿਹੜਾ ਰੱਬ ਹੈ? ਕਹਿੰਦੇ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਿਹੜਾ ਨਿਰਆਕਾਰ ਸੀ, ਜਿਹਦੀ ਜੋਤ ਮੰਡਲ ਵਿੱਚ ਜਗਮਗ ਕਰਦੀ ਹੈ, ਉਹ ਗੁਰੂ ਨਾਨਕ ਬਣ ਕੇ ਆ ਗਿਆ। ਨਾਨਕ ਕੁੱਲ ਨਿਮਲ ਅਵਤਰਿਓ, ਅੰਗਦ ਲਹਿਣੇ ਸੰਗ ਹੋ। ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਣ ਤੋਂ। ਗੁਰੂ ਨਾਨਕ ਦੀ ਜੋਤ, ਗੁਰੂ ਅਮਰਦਾਸ, ਗੁਰੂ ਅੰਗਦ, ਗੁਰੂ ਗੋਬਿੰਦ ਦੇ 10 ਪਾਤਸ਼ਾਹੀਆਂ। ਇੱਕ ਪੈਰੀਮੀਟਰ ਇੰਸਟੀਚਿਊਟ ਹੈ ontario ਦੇ ਵਿੱਚ, ਵਾਟਰਲੂ ਕੈਨੇਡਾ ਦੇ ਵਿੱਚ। ਉਹ ਕਹਿੰਦੇ ਨੇ ਇੱਕ ਯੂਨੀਵਰਸ ਤੋਂ ਨਾ, ਇੱਕ ਦੁਨੀਆ ਤੋਂ ਦੂਜੀ ਦੁਨੀਆ ਬਣੀ ਹੈ, ਇੱਕ ਖੰਡ ਤੋਂ ਦੂਜਾ ਖੰਡ ਪੈਦਾ ਹੋਇਆ ਹੈ। ਦੂਸਰੀ ਸਾਇੰਸ ਦੀ ਥਿਊਰੀ ਇਹ ਗੱਲ ਕਹਿੰਦੀ ਹੈ, ਇੱਕ ਛੋਟੀ ਜੀ ਐਟਮ ਸੀ, ਜਿਹਨੂੰ ਤੁਸੀਂ ਪਰਮਾਣੂ ਕਹਿੰਦੇ ਹੋ ਪੰਜਾਬੀ 'ਚ। ਉਹ ਇੱਕ ਧਮਾਕਾ ਹੋਇਆ, ਉਹਦੀ ਜਿਹੜੀ એનર્ਜੀ ਸੀ ਨਾ, ਉਹ ਜਦੋਂ ਧਮਾਕਾ ਹੋਇਆ, ਉਹ ਇੱਕ ਆਈਟਮ ਤੋਂ, ਇੱਕ ਨਿਊਕਲੀਅਰ ਤੋਂ ਵਿਸਥਾਰ ਹੋਇਆ ਦੁਨੀਆ ਦਾ। એનર્ਜੀ ਤੋਂ ਦੁਨੀਆ ਪੈਦਾ ਹੋ ਗਈ। ਬਿਗ ਬੈਂਗ ਥਿਊਰੀ ਕਹਿੰਦੇ ਨੇ ਉਸ ਨੂੰ, ਵੀ ਧਮਾਕੇ ਤੋਂ ਦੁਨੀਆ ਪੈਦਾ ਹੋ ਗਈ। In the beginning there was nothing, dark darkness, ਕਹਿੰਦੇ ਹਨੇਰਾ ਹੀ ਸੀ, ਕੁਝ ਵੀ ਨਹੀਂ ਸੀ, ਨਾ ਤਾਰੇ ਨਾ ਚੰਦ। ਇਹ ਸਾਇੰਸ ਕਹਿ ਰਹੀ ਹੈ। There was a tiny single atom, ਧਮਾਕਾ ਹੋਇਆ ਕਹਿੰਦੇ, ਔਰ ਉਸ ਧਮਾਕੇ ਤੋਂ ਦੁਨੀਆ ਪੈਦਾ ਹੋ ਗਈ। ਉਦਾਂ ਹੈ ਦੁਨੀਆ ਤੇ ਕਹਿੰਦੇ ਕੁਝ ਨਹੀਂ ਸੀ, ਬਿਲੀਅਨਸ ਆਫ ਗੈਲੈਕਸੀਜ਼, ਬੜਾ ਕੁਝ ਪੈਦਾ ਹੋ ਗਿਆ। ਇਹ ਬਿਗ ਬੈਂਗ ਥਿਊਰੀ ਦਾ ਸਿਧਾਂਤ ਹੈ। ਪੰਜਾਬੀ 'ਚ ਸਮਝੋ, ਕਹਿੰਦੇ ਉਹ ਆਈਟਮ, ਉਹ ਨਿਊਕਲੀਅਰ એનર્ਜੀ ਦੇ ਨਾਲ ਭਰਿਆ ਸੀ, ਬੜਾ ਵੱਡਾ ਧਮਾਕਾ ਹੋਇਆ ਤੇ ਦੁਨੀਆ ਬਣ ਗਈ, ਫੈਲਾਅ ਹੋ ਗਿਆ। ਇਹ ਸਾਇੰਸ ਨੂੰ ਕਦੋਂ ਪਤਾ ਲੱਗਾ? ਅੱਜ ਕੱਲ ਦੀਆਂ ਹੀ ਗੱਲਾਂ ਨੇ।
ਬਿਨਾ ਕਿਸੇ ਖੋਜ ਤੋਂ ਚੌਂਕੜਾ ਲਾ ਕੇ ਬੈਠਾ ਗੁਰੂ ਨਾਨਕ ਨਿਰੰਕਾਰੀ ਇਹ ਗੱਲ 500 ਵਰਾ ਪਹਿਲਾਂ ਕਹਿ ਰਿਹਾ ਸੀ। ਅਰਬਦ ਨਰਬਦ ਧੁੰਦੂ ਘਾਰਾ, ਮਾਰੂ ਮਹੱਲਾ ਪਹਿਲਾ। ਅਰਬਦ ਨਰਬਦ ਧੁੰਦੂ ਘਾਰਾ, ਧਰਣ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਨ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏ ਦਾ। ਕਹਿੰਦੇ ਸੁਨ ਸੀ, ਸ਼ੂਨਿਆ, ਜ਼ੀਰੋ, ਕੁਝ ਵੀ ਨਹੀਂ ਸੀ, ਨਾ ਚੰਦ ਨਾ ਸੂਰਜ ਨਾ ਤਾਰੇ। ਜਿਵੇਂ ਕਹਿੰਦੇ ਬਲੈਕ ਹੋਲ ਸੀ, ਹਨੇਰਾ ਹੀ ਹਨੇਰਾ ਸੀ ਸਾਇੰਸ ਵਾਲੇ। ਗੁਰੂ ਨਾਨਕ ਸਾਹਿਬ 500 ਵਰਾ ਪਹਿਲਾਂ ਕਹਿੰਦੇ ਹਨੇਰਾ ਹੀ ਸੀ, ਹੋਰ ਕੁਝ ਵੀ ਨਹੀਂ ਸੀ। ਆਦ ਜੁਗਾਦੀ ਅਪਰ ਅਪਾਰੇ, ਕੇਤੜਿਆਂ ਜੁਗ ਧੁੰਦੂ ਘਾਰੇ, ਤਾੜੀ ਲਾਈ ਸਿਰਜਣ ਹਾਰੇ। ਇੱਕ ਪਰਮਾਤਮਾ ਸੀ, ਚੌਂਕੜਾ ਲਾ ਕੇ ਬੈਠਾ ਹੈ। ਸਾਇੰਸ ਕਹਿੰਦੀ ਇੱਕ ਐਟਮ ਸੀ, ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਪਰਮਾਤਮਾ ਸੀ। ਕਿੰਨਾ ਸਮਾਂ ਐਵੇਂ ਹਨੇਰਾ ਰਿਹਾ, ਅੰਧਕਾਰ ਰਿਹਾ। ਕਹਿੰਦੇ ਕੇਤੇ ਜੁਗ ਵਰਤੇ ਗੁਬਾਰੇ, ਤਾੜੀ ਲਾਈ ਅਪਰ ਅਪਾਰੇ। ਤਾੜੀ ਚੌਂਕੜੀ ਨੂੰ ਕਹਿੰਦੇ, ਪਤਾ ਹੀ ਨਹੀਂ ਕਿੰਨੇ ਕੁ ਯੁੱਗ। ਤੇ ਅੱਗੇ ਜਾ ਕੇ ਆਪ ਹੀ ਥੋੜਾ ਜਿਹਾ ਖੋਲ ਦਿੰਦੇ ਨੇ, ਕਹਿੰਦੇ ਜੁਗ 36 ਹੀ ਤਿਨੈ ਵਰਤਾਏ, ਜਿਉ ਤਿਸ ਭਾਣਾ ਤਿਮੈ ਚਲਾਏ। 36 ਯੁੱਗ ਇਸੇ ਤਰ੍ਹਾਂ ਹੀ ਕਹਿੰਦੇ ਕੰਮ ਚੱਲਿਆ। ਹਨੇਰਾ ਉਹ ਚੌਂਕੜਾ ਲਾ ਕੇ ਬੈਠਾ ਹੈ। ਇਹ ਕਹਿੰਦੇ ਨਾ ਧਮਾਕੇ ਤੋਂ ਦੁਨੀਆ ਬਣੀ। ਮਹਾਰਾਜ ਕਹਿੰਦੇ ਸ਼ਬਦ ਤੋਂ, ਪਰਮਾਤਮਾ ਦੇ ਹੁਕਮ ਤੋਂ। ਜਾਂ ਤਿਸ ਭਾਣਾ ਤਾਂ ਜਗਤ ਉਪਾਇਆ, ਬਾਜ ਕਲਾ ਆਡਾਨ ਰਹਾਇਆ, ਬਿਨਾ ਪਿਲਰਾਂ ਤੋਂ ਹੀ ਅਸਮਾਨ ਥੰਮ ਗਿਆ। ਇਹ ਧਰਤੀ ਸਾਜ ਦਿੱਤੀ ਇੱਕ ਬਚਨ ਦੇ ਨਾਲ। ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਮਾਇਆ ਮੋਹ ਵਧਾਏ ਦਾ ਖੰਡ ਬ੍ਰਹਮੰਡ ਪਾਤਾਲ ਆਰੰਭੇ, ਗੁਪਤੋਂ ਪ੍ਰਗਟੀ ਆਏਂਦਾ। ਖੰਡ ਬ੍ਰਹਮੰਡ ਉਸਨੇ ਬਣਾਏ ਨੇ। ਸਾਇੰਸ ਕਹਿੰਦੀ ਐਟਮ ਤੋਂ ਬਣੇ ਨੇ। ਹੁਣ ਧਿਆਨ ਦਿਓ, ਕਹਿੰਦੇ ਹੁਕਮੀ ਹੋਵਣ ਆਕਾਰ। ਗੁਰੂ ਨਾਨਕ ਸਾਹਿਬ ਕਹਿੰਦੇ ਐਟਮ ਊਟਮ ਤੋਂ ਕੁਝ ਨਹੀਂ ਬਣਿਆ, ਇੱਕ ਪਰਮਾਤਮਾ ਦੇ ਹੁਕਮ ਤੋਂ ਦੁਨੀਆ ਬਣੀ ਹੈ। ਅੱਛਾ, ਕਿੰਨੇ ਕਿੰਨੇ ਬ੍ਰਹਮੰਡ ਖੰਡ। ਸਾਇੰਸ ਜਿੱਥੋਂ ਤੱਕ ਪਹੁੰਚੀ ਹੈ ਨਾ, ਜਦੋਂ ਮੈਂ ਪੜ੍ਹਦਾ ਸੀ ਸਕੂਲ 10-12 ਸਾਲ ਪਹਿਲਾਂ, ਉਦੋਂ ਆਪਾਂ ਨੂੰ ਇਹ ਪੜ੍ਹਾਇਆ ਜਾਂਦਾ ਸੀ ਵੀ ਦੇਰ ਆਰ 9 ਪਲੈਨਟਸ, ਮਰਕਰੀ, ਪਲੂਟੋ, ਇਹ ਸੂਰਜ, ਚੰਦ, 9 ਪਲੈਨਟ ਨੇ। ਹੁਣ ਕਹਿੰਦੇ ਕੁਝ ਹੋਰ ਖੋਜ ਕਰ ਲਈ ਹੈ, ਕੋਈ 20 ਕਹਿੰਦਾ, ਕੋਈ 25 ਕਹਿੰਦਾ ਹੈ। ਪਰ ਕਹਿੰਦੇ ਉਹ ਆਕਸੀਜਨ ਰਹਿਣ ਵਸੇਬੇ ਲਈ ਇਹੀ ਧਰਤੀ ਹੈ, ਹੋਰ ਕੁਝ ਨਹੀਂ ਹੈ, ਲੱਭ ਨਹੀਂ ਰਿਹਾ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਨਾ ਤੇ ਪਲੈਨਟ ਹੀ 9 ਨੇ, ਨਾ 20 ਨੇ, ਇਹ ਗਿਣਤੀ ਨਹੀਂ ਹੈ। ਪਾਤਾਲਾਂ ਪਾਤਾਲ ਲੱਖ ਆਗਾਸਾਂ ਗਾਸ। ਕੋਸ਼ਿਸ਼ ਕਰਦੇ ਨੇ ਲੱਭਣ ਦੀ। ਓੜਕ ਓੜਕ ਭਾਲ ਥਕੇ ਵੇਦ ਕਹਿਨ ਇੱਕ, ਵਾਤ ਸਹਿਸ 18 ਹੈ, ਕਹਿਨ ਕਤੇਬਾ ਅਸਲੂ ਇੱਕ ਧਾਤ। ਵੇਦਾਂ ਕਤੇਬਾਂ ਪੁਰਾਣਾ ਨੇ ਬੜਾ ਕੁਝ ਆਖਿਆ ਹੈ। ਮੁਸਲਮਾਨ ਈਸਾਈਆਂ ਨੇ ਵੀ ਕਹਿ ਦਿੱਤਾ ਹੈ। ਕੁੱਲ 18,000 ਆਲਮ ਨੇ ਦੁਨੀਆ ਹੈ। ਮਹਾਰਾਜ ਕਹਿੰਦੇ ਨਹੀਂ, ਗਿਣਤੀ ਨਹੀਂ ਹੋ ਸਕਦੀ। ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ਼। ਲਿਖਣ ਵਾਲੇ ਮੁੱਕ ਜਾਣਗੇ, ਇਹ ਅੰਤ ਨਹੀਂ ਪੈ ਸਕਦਾ। ਸਾਇੰਸ ਕਹਿੰਦੀ ਜੋ ਲੱਭ ਗਿਆ ਇਹੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਅੱਗੇ ਬੜਾ ਕੁਝ ਹੈ। ਤੁਸੀਂ ਕਹਿੰਦੇ ਹੋ ਧਰਤੀ ਕੋਈ ਹੋਰ ਹੈ, ਨਹੀਂ, ਮਹਾਰਾਜ ਕਹਿੰਦੇ ਲੱਭ ਜਾਵੇਗੀ ਧਰਤੀ ਹੋਰ, ਪਰ ਹੈ ਹੋਰ ਹੋਰ। ਜਿਵੇਂ ਗ੍ਰਹਿ ਲੱਭ ਰਹੇ ਨੇ, ਉਹ ਵੀ ਤੁਹਾਨੂੰ ਲੱਭ ਜਾਵੇਗੀ। ਅੱਛਾ, ਬਿਗ ਬੈਂਗ ਥਿਊਰੀ ਦਾ ਨਾ ਕੁਝ ਸਾਇੰਸਦਾਨਾਂ ਖੰਡਨ ਵੀ ਕੀਤਾ ਹੈ। ਉਹ ਕਹਿੰਦੇ ਐਟਮ ਤੋਂ ਦੁਨੀਆ ਨਹੀਂ ਬਣੀ। ਸਾਇੰਸ ਦਾ ਖੰਡਨ ਸਾਇੰਸ ਨਹੀਂ ਕਰ ਦਿੱਤਾ ਹੈ। ਇੱਕ ਬੁੱਕ ਹੈ, ਦਾਸ ਤੋਂ ਛੋਟੇ ਨੇ ਗਿਆਨੀ ਜੀਵਾ ਸਿੰਘ ਹੋਣੀ, ਉਹਨਾਂ ਨੇ ਇਹਦੇ ਤੇ ਬੜਾ ਵਧੀਆ ਲੇਖ ਲਿਖਿਆ ਹੈ। ਇੱਕ ਬੁੱਕ ਹੈ ਡਿਸਮੈਂਟਲਿੰਗ ਦਾ ਬਿਗ ਬੈਂਗ। ਉਹ ਕਹਿੰਦੇ ਨੇ, ਐਲੈਕਸ ਵਿਲੀਅਮ ਇੱਕ ਰਾਈਟਰ ਹੋਇਆ, ਉਹ ਲਿਖਦਾ ਹੈ, ਕਹਿੰਦਾ ਬਿਗ ਬੈਂਗ ਥਿਊਰੀ ਦੇ ਵਿੱਚ ਕੁਝ ਇਦਾਂ ਦੇ ਇਸ਼ੂ ਨੇ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਇਟ ਇਜ਼ ਹਿਊਜਲੀ ਇਨਐਡਿਕੁਏਟ। ਪੂਰਨ ਤੌਰ ਤੇ ਜੇ ਤੁਸੀਂ ਆਖੋ ਨਾ ਬਿਗ ਬੈਂਗ ਥਿਊਰੀ ਠੀਕ ਹੈ, ਕਹਿੰਦੇ ਨਹੀਂ, ਉਹਦੇ ਵਿੱਚ ਕਮੀਆਂ ਬਣੀਆਂ ਨੇ। ਇਹ ਮੈਂ ਹੁਣ ਉੱਥੇ ਪਹੁੰਚਣ ਲੱਗਾ ਜਿਹੜੇ ਕਹਿੰਦੇ ਨਾ ਗੁਰੂ ਨਾਨਕ ਆਮ ਇਨਸਾਨ ਹੈ, ਤੇ ਗੁਰੂ ਨਾਨਕ ਦਾ ਲਖਤੇ ਜਿਗਰ ਬਾਬਾ ਸ਼੍ਰੀ ਚੰਦ ਆਮ ਇਨਸਾਨ ਹੈ। ਗੁਰੂ ਨਾਨਕ ਦੇ ਘਰ ਨੂੰ ਆਮ ਦੱਸਦੇ ਨੇ, ਤੇ ਕਹਿੰਦੇ ਨੇ ਸਾਇੰਸ ਹੀ ਸਭ ਕੁਝ ਹੈ, ਖੁਦ ਖੁਦਾ ਨੂੰ ਆਮ। ਤੇ ਜਿਹਦੀ ਪੈਦਾਇਸ਼ ਮਨੁੱਖਤਾ ਦੀ ਮਾੜੀ ਮੋੜ ਸੁਰਤ ਚੋਂ ਇੱਕ ਟੌਪਿਕ ਚੱਲਿਆ ਸਾਇੰਸ ਦਾ, ਬੰਦੇ ਦੀ ਪੈਦਾਇਸ਼ ਸਾਇੰਸ ਨੂੰ ਵੱਡਾ ਕਰ ਦਿੱਤਾ ਤੇ ਖੁਦ ਖੁਦਾ ਨੂੰ ਨਿੱਕਾ ਕਰ ਰਹੇ ਨੇ।
ਇਹ ਖਾਸ ਉਹਨਾਂ ਲਈ ਹੈ। ਬਿਗ ਬੈਂਗ ਥਿਊਰੀ ਕਹਿੰਦੀ ਹੈ ਵੀ ਗੈਸਾਂ ਦਾ ਧਮਾਕਾ ਹੋਇਆ, ਆਈਟਮ ਤੋਂ ਦੁਨੀਆ ਬਣੀ। ਤੇ ਜਿਹੜੀ ਇਹ ਕਿਤਾਬ ਹੈ ਨਾ, ਜੇ ਤੁਸੀਂ ਪੜ੍ਹਨੀ ਆਉਂਦੀ ਅੰਗਰੇਜ਼ੀ ਤੇ ਪੜ੍ਹਿਓ, ਡਿਸਮੈਂਟਲਿੰਗ ਦਾ ਬਿਗ ਬੈਂਗ, ਉਹਦੇ ਵਿੱਚ ਐਲੈਕਸ ਵਿਲੀਅਮਸ ਲਿਖਦਾ ਹੈ ਵੀ ਸੋਚਣ ਵਾਲੀ ਤੇ ਗੱਲ ਇਹ ਹੈ ਵੀ ਐਟਮ ਨੂੰ ਕਿਸ ਨੇ ਪੈਦਾ ਕੀਤਾ ਹੈ। ਇਹਨੂੰ ਸੌਖਾ ਸਮਝੋ, ਇਸ ਗੱਲ ਨੂੰ ਏਦਾਂ ਸਮਝਿਓ, ਉਹ ਜਿਹੜੀ ਮਾਸ ਹੈ, ਉਹ ਜਿਹੜੀ એનર્ਜੀ ਹੈ, ਉਹ ਜਿਹੜਾ ਐਟਮ ਹੈ, ਜਿਹੜਾ ਪਰਮਾਣੂ ਹੈ, ਉਹਨੂੰ ਕਿਸ ਨੇ ਪੈਦਾ ਕੀਤਾ, ਜਿਹਦੇ ਤੋਂ ਦੁਨੀਆ ਬਣੀ ਹੈ। ਉਸ ਨੂੰ ਸ਼ਕਤੀ ਕਿਸ ਨੇ ਦਿੱਤੀ ਹੈ। ਇਸ ਗੱਲ ਨੂੰ ਸਮਝਣ ਦਾ ਆਪਾਂ ਯਤਨ ਕਰਨਾ ਹੈ। ਸੌਖੀਆਂ ਉਦਾਹਰਨਾਂ ਨੇ। ਮਾਂ ਤੋਂ ਬਿਨਾਂ ਕਾਕਾ ਨਹੀਂ ਪੈਦਾ ਹੋ ਸਕਦਾ। ਚਿੱਤਰਕਾਰ ਹੈ ਨਹੀਂ ਕੋਈ, ਤੇ ਮੈਨੂੰ ਦੱਸੋ ਵੀ ਮੂਰਤੀ ਕਿੱਥੋਂ ਪੈਦਾ ਹੋ ਗਈ। ਤੁਹਾਡੇ ਕੋਲ ਸਾਬਣ ਨਹੀਂ ਹੈ, ਪਾਣੀ ਨਹੀਂ ਹੈ, ਕੱਪੜੇ ਕਾਹਦੇ ਨਾਲ ਧੋਂਦੇ ਨੇ। ਹਰ ਚੀਜ਼ ਦਾ ਇੱਕ ਵਜੂਦ ਹੈ। ਜਿਵੇਂ ਮਾਂ ਤੋਂ ਬਿਨਾਂ ਬਾਲ ਨਹੀਂ ਪੈਦਾ ਹੋ ਸਕਦਾ, ਚਿੱਤਰਕਾਰ ਤੋਂ ਬਿਨਾਂ ਮੂਰਤੀ ਦੀ ਕੋਈ ਹੋਂਦ ਨਹੀਂ ਹੈ। ਚਾਹੇ ਆਈਟਮ ਹੈ, ਚਾਹੇ ਪਰਮਾਣੂ ਹੈ। ਬੰਦਾ ਇਹ ਕਹਿੰਦੇ ਆਈਟਮਾਂ ਤੋਂ ਬਣਿਆ ਹੈ, ਬ੍ਰਹਿਮੰਡ ਆਈਟਮਾਂ ਤੋਂ ਬਣਿਆ ਹੈ, ਪਰਮਾਣੂਆਂ ਤੋਂ। ਹੁਣ ਗੱਲ ਤੇ ਇਹ ਹੈ ਵੀ ਇਹ ਆਈਟਮ ਕਿੱਥੋਂ ਬਣਦੀ ਹੈ। ਬੀਜ ਹੀ ਨਹੀਂ ਉੱਗਿਆ, ਬੀਜ ਸੁੱਟਿਆ ਮਿੱਟੀ 'ਚ, ਪ੍ਰਫੁੱਲਤ ਨਹੀਂ ਹੋਇਆ, ਰੁੱਖ ਕਿੱਥੋਂ ਆਵੇਗਾ ਦੱਸੋ। ਬਿਨਾਂ ਬੀਜ ਤੋਂ ਕਦੇ ਰੁੱਖ ਪੈਦਾ ਹੁੰਦਾ ਵੇਖਿਆ ਜੇ? ਅੱਛਾ, ਮਿੱਟੀ ਤੋਂ ਬਿਨਾਂ ਕਦੇ ਘੜੇ ਬਣਦੇ ਵੇਖੇ ਜੇ? ਮਾਂ ਤੋਂ ਬਿਨਾਂ ਕਾਕੇ ਪੈਦਾ ਹੁੰਦੇ ਵੇਖੇ ਜੇ? ਬਾਣੀ ਕਹਿੰਦੀ ਹੈ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਨਹੀਂ ਹੋ ਸਕਦੇ ਮਾਤਾ ਪਿਤਾ ਤੋਂ ਬਿਨਾਂ ਬੱਚੇ। ਇਹ ਦੁਨੀਆ ਦੇ ਵਿੱਚ ਜੋ ਵੀ ਹੈ, ਇਹਨਾਂ ਦਾ ਮਾਈ ਬਾਪ ਰਚਨਹਾਰ ਪਰਮਾਤਮਾ ਹੈ। ਉਸ ਚਿੱਤਰਕਾਰ ਤੋਂ ਬਿਨਾਂ ਇਹ ਪ੍ਰਕਿਰਤੀ, ਇਹ ਮੂਰਤੀ ਨਹੀਂ ਬਣ ਸਕਦੀ। ਸਾਇੰਸਦਾਨਾਂ ਨੇ ਖੰਡਿਤ ਕਰ ਦਿੱਤਾ ਬਿਗ ਬੈਂਗ ਥਿਊਰੀ ਨੂੰ, ਤੇ ਉਸ ਸਾਇੰਸ ਦੇ ਛੋਲੇ ਗਾਉਂਦੇ ਨੇ, ਬਾਹਾਂ ਉਲਾਰ ਉਲਾਰ ਕੇ। ਤੇ ਜੇ ਕੋਈ ਪੁੱਛੇ ਬਾਬਾ ਕਦੇ ਪੜ੍ਹਿਆ ਵੀ ਹੈ ਸਾਇੰਸ, ਤੇ ਪਤਾ ਕਰ ਲਿਓ 5ਵੀਂ 6ਵੀਂ ਤੋਂ ਅੱਗੇ ਪੜ੍ਹਿਆ ਵੀ ਨਹੀਂ ਜੇ ਹੋਣਾ। ਜਿੰਨੇ ਕੋ ਦੇ ਅਲਫਾਜ਼ਾਂ 'ਚ ਤਾਕਤ ਹੈ ਨਾ, ਜਿੰਨੀ ਕੋ ਦੀ ਪਕੜ ਹੈ ਭਾਸ਼ਾਵਾਂ ਦੇ ਉੱਤੇ, ਮੈਂ ਦਾਅਵੇ ਨਾਲ ਕਹਿਣਾ ਪੜ੍ਹੇ ਪੁੜੇ ਕੁਝ ਨਹੀਂ ਜੇ ਹੁੰਦੇ। ਤਰਕ ਕਰਨ ਵਾਲੇ ਅਧੂਰੇ ਨੇ। ਮੈਂ ਕਈ ਵਾਰ ਸਟੇਜ ਤੋਂ ਕਿਹਾ ਹੈ, ਕਾਕਾ ਉਂਗਲ ਫੜ ਕੇ ਬੱਚਾ ਬਾਪੂ ਨਾਲ ਮੇਲੇ ਜਾਵੇ ਨਾ, ਉਹ ਗੱਲ ਗੱਲ ਤੇ ਸਵਾਲ ਕਰਦਾ, ਪਾਪਾ ਆ ਕੀ, ਤੇ ਪਾਪਾ ਆ ਕੀ, ਤੇ ਆ ਕੀ। ਤੇ ਉਹ ਪਾਪਾ ਫਿਰ ਹੁੰਦਾ ਪੂਰਾ, ਉਹ ਦੱਸਦਾ ਹੈ ਵੀ ਪੁੱਤਰਾ ਆ ਇਹ ਹੈ, ਤੇ ਆ ਇਹ ਹੈ, ਤੇ ਆ ਇਹ ਹੈ। ਹੁਣ ਬੱਚੇ ਨੇ ਜਿਹੜੇ ਸਵਾਲ ਖੜੇ ਕੀਤੇ, ਉਹ ਅਧੂਰਾਪਨ ਹੈ, ਨਾ ਸਮਝੀ ਚੋਂ ਪੈਦਾ ਹੋਏ ਨੇ। ਤਰਕ ਸਿਆਣਪ ਚੋਂ ਨਹੀਂ ਪੈਦਾ ਹੁੰਦਾ, ਮੂਰਖਤਾ ਚੋਂ, ਨਾ ਸਮਝੀ ਚੋਂ ਪੈਦਾ ਹੁੰਦਾ। ਇਹ ਕਮਲੇ ਤਰਕ ਨੂੰ ਸਿਆਣਪਾਂ ਚੋਂ ਪੈਦਾ ਹੋਇਆ ਸਮਝੀ ਬੈਠੇ। ਅੱਛਾ, ਜਿਹੜਾ ਪੂਰਾ ਹੁੰਦਾ ਉਹਨੂੰ ਤੇ ਸਵਾਲ ਆਉਂਦਾ ਹੀ ਕੋਈ ਨਹੀਂ, ਉਹ ਸਵਾਲ ਨਹੀਂ ਕਰੇਗਾ, ਉਹਦੇ ਕੋਲ ਜਵਾਬ ਨੇ। ਸਵਾਲ ਹੀ ਉਹ ਕਰੇਗਾ, ਕੁਤਰਕ ਹੀ ਉਹ ਸਾਧੇਗਾ ਜਿਹਦੇ ਪੱਲੇ ਕੁਝ ਨਹੀਂ ਹੈ। ਯਾਦ ਰੱਖਿਓ, ਸਾਇੰਸ ਨੂੰ ਸਾਇੰਸ ਦੇ ਹੀ ਵਿਦਵਾਨ ਖੰਡਿਤ ਕਰਦੇ ਨੇ। ਇਹ ਪੁਸਤਕ ਕਿਸੇ ਨੇ ਪੜ੍ਹਨੀ ਹੋਵੇ ਨਾ, ਪੜ੍ਹਨ ਦਾ ਯਤਨ ਕਰਿਓ। ਉਹ ਜਿਹੜੀ ਐਟਮ ਹੈ, ਉਹ ਜਿਹੜਾ ਬ੍ਰਹਿਮੰਡ ਹੈ, ਉਹ ਜਿਹੜੀ એનર્ਜੀ ਹੈ, ਬਿਗ ਬੈਂਗ ਥਿਊਰੀ, ਧਮਾਕਾ ਹੋਇਆ। ਮੰਨ ਲਓ ਇਦਾਂ ਹੀ ਦੁਨੀਆ ਬਣੀ ਹੈ, ਪਰ ਐਟਮ ਦੇ ਪਿੱਛੇ ਕੋਈ ਹੈ, ਧਮਾਕਾ ਕਰਨ ਵਾਲਾ ਕੋਈ ਹੈ। ਉਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਹੀਂ ਕੋਏ। ਉਹ ਅਕਾਲ ਪੁਰਖ ਹੈ। ਹੀ ਅਲੋਨ ਇਜ਼ ਦਾ ਡੂਅਰ। ਪਰਮਾਤਮਾ ਹੀ ਕਰਨ ਵਾਲਾ ਹੈ, no other at all। ਉਹਦੇ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਹੁਣ ਇੱਥੇ ਕਈ ਤਰਕ ਕਰਦੇ ਨੇ, ਹਾਸਾ ਵੀ ਆਉਂਦਾ, ਆਖੇ ਆ ਬੰਦਾ ਨਾ ਗੈਸਾਂ ਨੇ ਬਣਾਇਆ, ਰੱਬ ਨੇ ਨਹੀਂ ਬਣਾਇਆ। ਸਮਝਦਾਰ ਹੋ ਤੁਸੀਂ, ਮੈਂ ਕਿਹਨਾਂ ਦੀ ਗੱਲ ਕਰਦਾ। ਦੀਵਾ ਲੈ ਕੇ ਲੱਭਣ ਦੀ ਲੋੜ ਨਹੀਂ ਹੈ। ਸੋਸ਼ਲ ਮੀਡੀਆ ਤੇ ਬਥੇਰੇ ਕੁਤਰਕ ਵਾਲੇ ਸਵਾਲ ਇਹਨਾਂ ਲੋਕਾਂ ਦੇ ਲੱਭ ਪੈਣਗੇ ਤੁਹਾਨੂੰ। ਤੇ ਜੇ ਆਖੋ ਆਓ ਵਿਚਾਰ ਕਰੀਏ, ਕਾਹਦੇ ਲਈ ਪੰਥ ਵਿੱਚ ਤੋਫਾੜ ਕੀਤਾ ਹੈ, ਝਗੜਾ ਕਾਹਦਾ ਹੈ, ਕਿਉਂ ਗੁਰੂ ਨਾਨਕ ਦੇ ਬਗੀਚੇ ਨੂੰ ਉਜਾੜਨ ਤੇ ਤੁਲੇ ਹੋ। ਮੈਂ ਹੈਰਾਨ ਇਸ ਗੱਲੋਂ ਆ, ਵਿਚਾਰ ਲਈ ਹਾਮੀ ਨਹੀਂ ਭਰਦੇ, ਪਿੱਠ ਵਿਖਾਉਂਦੇ ਨੇ, ਵਿਚਾਰ ਨਹੀਂ ਕਰਨੀ।
ਤੇ ਸਰਕਾਰ ਕੋਲੋਂ 30-40 ਗਨਮੈਨ ਵੀ ਲਏ ਨੇ। ਡਰ ਬੜਾ ਲੱਗਦਾ ਹੈ ਵਿਚਾਰ ਕਰਨ ਤੋਂ। ਅੱਛਾ ਹੁਣ ਗਨਮੈਨ ਵੀ ਲੈ ਲਏ, ਹੁਣ ਤੇ ਬਾਬਾ ਬਹਿ ਜਾ, ਹੁਣ ਤੇ ਵਿਚਾਰ ਕਰ ਲੈ। ਉਹ 40 ਘੇਰਾ ਪਾ ਕੇ ਬਹਿ ਜਾਣਾ, ਤੂੰ ਤੇ ਮੈਂ ਇਕੱਲੇ ਵਿੱਚ ਬਹਿ ਜਾਂਦੇ ਆ। ਇਹ ਰੌਲਾ ਕਾਹਦਾ ਹੈ? ਵਿਚਾਰ ਨਹੀਂ ਕਰਨਗੇ ਕਿਉਂਕਿ ਆਉਂਦਾ ਜਾਂਦਾ ਕੁਝ ਨਹੀਂ ਹੈ। ਕੇਵਲ ਕੁਤਰਕ ਕਰਨਾ ਹੈ ਬਾਣੀ ਬਾਣੇ ਤੇ। ਗਿਲਾ ਇਸ ਗੱਲ ਦਾ ਹੈ ਵੀ ਦਿੱਤਾ ਵੀ ਗੁਰੂ ਨਾਨਕ ਦਾ ਖਾਣਾ ਹੈ ਤੇ ਗੁਰੂ ਨਾਨਕ ਦੀ ਸਟੇਜ ਤੇ ਬਹਿ ਕੇ ਸਾਇੰਸ ਦੇ ਸੋਲੇ ਗਾਉਂਦਿਆਂ ਗੁਰੂ ਨਾਨਕ ਨੂੰ ਆਮ ਇਨਸਾਨ ਦੱਸਣਾ ਹੈ। ਬੁਰਕੀ ਵੀ ਗੁਰੂ ਨਾਨਕ ਦੀ, ਜਿਹੜੀ ਥਾਲੀ 'ਚ ਖਾਣਾ ਸ਼ੇਕ ਵੀ ਉੱਥੇ ਹੀ ਕਰਨਾ। ਇਹਨੂੰ ਅਕ੍ਰਿਤ ਘਣਤਾ ਕਹਿੰਦੇ ਨੇ। ਯਾਦ ਰੱਖੀ ਐਸੇ ਅਕ੍ਰਿਤ ਘਣ ਜਿਨ੍ਹਾਂ ਨੂੰ ਲੱਖਾਂ ਲੋਕ ਫੋਲੋ ਕਰਦੇ ਸੀ, ਅੱਜ ਕੱਖਾਂ ਨੂੰ ਹੌਲੇ ਨੇ ਤੇ ਮਿੱਟੀ 'ਚ ਰੁਲ ਗਏ ਨੇ। ਅਗਾਮੀ ਇਤਿਹਾਸ ਹੀ ਹੁੰਦਾ ਹੈ ਤੇ ਹੋਵੇਗਾ। ਅਖੇ ਦੀ ਗੈਸਾਂ ਤੋਂ ਦੁਨੀਆ ਬਣੀ ਹੈ। ਰੱਬ ਨਾਮ ਦੀ ਕਹਿੰਦੇ ਕੋਈ ਚੀਜ਼ ਨਹੀਂ ਹੈ। ਉਹ ਜਾ ਕੇ ਹੋਰਾਂ ਸਾਇੰਸਦਾਨਾਂ ਨੂੰ ਵੀ ਪੁੱਛ ਲਓ, ਇੱਕ ਅੱਧੇ ਦੀ ਕਿਤਾਬ ਪੜ੍ਹ ਕੇ ਹੀ ਕੋਈ ਫੈਸਲਾ ਨਹੀਂ ਦੇਣਾ ਚਾਹੀਦਾ। ਕਹਿੰਦੇ if there was some kind of energy, if there was some kind of atoms, ਉਹਨਾਂ ਦਾ ਰਚਨਹਾਰ ਮੂਰਤਾਂ ਦਾ, ਨਿਊਕਲੀਅਰ ਦਾ, ਐਟਮਸ ਦਾ, ਪਰਮਾਣੂਆਂ ਦਾ ਕੋਈ ਤੇ ਹੈ, ਕੋਈ ਤੇ ਚਿੱਤਰਕਾਰ ਹੈ ਜਿਹਨੇ ਬ੍ਰਹਿਮੰਡ ਰੂਪੀ ਮੂਰਤੀ ਬਣਾਈ ਹੈ। ਉਹ ਕੌਣ ਹੈ? ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ। ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਅਕਾਲ ਪੁਰਖ ਹੈ। The one Lord is the doer। ਪਰਮਾਤਮਾ ਨੇ ਸ੍ਰਿਸ਼ਟੀ, ਐਟਮਸ, ਪਰਮਾਣੂ, ਇਹ ਖੰਡ ਬ੍ਰਹਿਮੰਡ ਸਾਜੇ ਹੋਏ ਨੇ। ਤੇ ਗੈਸਾਂ ਤੋਂ ਬੰਦੇ ਬਣਾਉਣ ਵਾਲਿਆਂ ਨੂੰ ਜਵਾਬ ਦੇ ਦਿਆ ਕਰੋ ਬਾਣੀ ਪੜ੍ਹ ਕੇ ਵੀ ਪਤਾ ਨਹੀਂ ਭਰਾ ਕਿਹੜੀਆਂ ਗੈਸਾਂ ਲੱਭਦਾ ਫਿਰਦਾ ਹੈ। ਤੇ ਗੁਰੂ ਨਾਨਕ ਅਕਾਲ ਪੁਰਖ ਖੁਦ ਖੁਦਾਈ ਦੁਨੀਆ ਨੂੰ ਸਾਜਣ ਵਾਲਾ ਹੈ। ਹੁਣ ਤੁਸੀਂ ਆਖੋਗੇ ਵੀ 500 ਵਰਾ ਪਹਿਲਾਂ ਗੁਰੂ ਨਾਨਕ ਸਾਹਿਬ ਦੱਸ ਗਏ, ਸਾਇੰਸ ਹੋਣ ਦੀਆਂ ਗੱਲਾਂ ਕਰਦੀ ਹੈ। ਪਰ ਜਿਹੜਾ ਬ੍ਰਹਿਮੰਡ ਬਣਿਆ ਹੈ ਇਹਦੀ ਉਮਰ ਦਾ ਕਿਸੇ ਨੂੰ ਪਤਾ ਨਹੀਂ ਕਦੋਂ ਬਣਿਆ ਹੈ। ਗੁਰੂ ਨਾਨਕ ਨੂੰ ਕਿਵੇਂ ਪਤਾ ਹੈ? ਹੁਣ ਆਪਾਂ ਉੱਥੇ ਆਉਣਾ ਹੈ। ਕਹਿੰਦੇ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ, ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ। ਕਿਉਂਕਿ ਜਿਸ ਅਕਾਲ ਪੁਰਖ ਨੇ ਦੁਨੀਆ ਬਣਾਈ ਹੈ ਉਹੀ ਗੁਰੂ ਨਾਨਕ ਬਣ ਕੇ ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ। ਤੇ ਚਿੱਤਰਕਾਰ ਨੂੰ ਪਤਾ ਹੈ ਵੀ ਮੈਂ ਕਿਹੜੀ ਮੂਰਤੀ ਕਦੋਂ ਬਣਾਈ ਸੀ ਤੇ ਕਦੋਂ ਢਾਉਣੀ ਹੈ ਤੇ ਕਦੋਂ ਢਾਈ ਸੀ। ਉਹ ਖੁਦ ਖੁਦਾ ਨੇ ਗੁਰੂ ਨਾਨਕ ਸਾਹਿਬ। ਤੇ ਫਿਰ ਪੜ ਦਵਾਂ ਉਸੇ ਹੀ ਖੁਦਾ ਦੇ ਸਵਰੂਪ ਦਾ ਲਖਤੇ ਜਿਗਰ ਬਾਬਾ ਸ਼੍ਰੀ ਚੰਦ ਹੈ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ ਮਾਏ। ਤੇ ਜਿਹੜਾ ਵੀ ਗੁਰੂ ਨਾਨਕ ਸਾਹਿਬ ਨਾਲ ਰਿਲੇਟਡ ਹੈ ਉਹਦੀ ਵਡਿਆਈ ਹੋਵੇਗੀ, ਉਹ ਧੰਤਾ ਦੇ ਯੋਗ ਹੋਵੇਗਾ। ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਮਾਤਾ ਸੁਲੱਖਣੀ ਦੇ ਹਿਰਦੇ ਚੋਂ ਪ੍ਰਕਾਸ਼ਵਾਨ ਹੋਣ ਵਾਲੇ ਮਹਾਂਪੁਰਸ਼ ਬਾਬਾ ਸ਼੍ਰੀ ਚੰਦ ਜੀ, ਗੁਰੂ ਨਾਨਕ ਦੀ ਗੋਦ ਵਿੱਚ ਖੇਡਣ ਵਾਲੇ, ਭਾਦੋ ਸੁਦੀ 9 ਸੰਮਤ 1552, ਜਿਸ ਰੂਹੇ ਜ਼ਮੀਨ ਤੇ ਪ੍ਰਗਟ ਹੋਏ ਸੁਲਤਾਨਪੁਰ ਦੀ ਉਹ ਪਾਕ ਧਰਤੀ ਹੈ। ਰਹਿੰਦੇ ਪਿੰਡ ਬਾੜ ਸਨ, ਵੈਸੇ ਵਿਚਰ ਕੇ ਬੜਾ ਸਿੱਖੀ ਦਾ ਪ੍ਰਚਾਰ ਕੀਤਾ ਹੈ। ਉਹਨਾਂ ਮਹਾਂਪੁਰਸ਼ਾਂ ਦਾ ਆਗਾਜ਼ ਹੋਇਆ। ਗੁਰੂ ਨਾਨਕ ਸਾਹਿਬ ਦੇ ਐਸੀ ਕਿਰਪਾ ਹੋਈ, ਦਿਨ ਰਾਤ ਚੌਂਕੜਾ ਲਾ ਕੇ ਬਾਬਾ ਸ਼੍ਰੀ ਚੰਦ ਜੀ ਰੱਬ ਦੇ ਗੀਤ ਗਾਉਂਦੇ ਨੇ। ਗੁਰੂ ਨਾਨਕ ਦੇ ਨਿਰਗੁਣ ਸਰੂਪ ਦੇ ਗੀਤ ਗਾਉਂਦੇ ਨੇ। ਗੁਰੂ ਨਾਨਕ ਸਾਹਿਬ ਦੀ ਅਰਾਧਨਾ ਕਰਦੇ ਨੇ। ਬਾਣੀ ਦਾ ਫਰਮਾਨ ਹੈ, ਜਾਂ ਕੈ ਹੀਐ ਪ੍ਰਗਟ ਪ੍ਰਭ ਹੋਆ, ਅਨ ਦਿਨ ਕੀਰਤਨ ਰਸਨ ਰਮੋਰੀ, RAM ਸੰਤ ਮਹਿ ਭੇਦ ਕਿਛ ਨਾਹੀ, ਏਕ ਜਨ ਕਈ ਮਹਿ ਲਾਖ ਕਰੋਰੀ। ਜਿਹਦੀ ਰਸਨਾ ਬਾਣੀ ਦੇ ਰਸ ਵਿੱਚ ਭਿੱਜ ਗਈ, ਉਹੀ ਦਿਨ ਰਾਤ ਬਾਣੀ ਗਾਵੇਗਾ, ਪੜ੍ਹੇਗਾ, ਆਨੰਦ ਲਵੇਗਾ। ਜਿਹਨੂੰ ਰਸ ਨਹੀਂ ਨਾ ਆਉਂਦਾ ਬਾਣੀ ਚ, ਉਹਦੇ ਲਈ ਜਪਜੀ ਸਾਹਿਬ ਕਰਨਾ ਵੀ ਪਹਾੜ ਚੁੱਕਣ ਦੇ ਬਰਾਬਰ ਹੈ। ਅੱਛਾ, ਜਿਹਨੂੰ ਰਸ ਨਹੀਂ ਆਉਂਦਾ ਉਹਦੀ ਨਿਸ਼ਾਨੀ ਕੀ ਹੈ? ਉਹ ਆਖੇਗਾ ਮੇਰਾ ਬਾਣੀ ਵਿੱਚ ਮਨ ਨਹੀਂ ਲੱਗਦਾ। ਤੇ ਜਿਹਨੂੰ ਰਸ ਆ ਗਿਆ ਉਹਦੇ ਕੋਲੇ ਸਵਾਲ ਰਹਿ ਹੀ ਨਹੀਂ ਜਾਂਦਾ।
ਜਿਹੜਾ ਕਾਰੋਬਾਰ ਕਰਦੇ ਹੋ ਨੋਟਾਂ 'ਚੋਂ ਰਸ ਆਉਂਦਾ ਹੈ ਤੇ ਗੱਲੇ ਤੇ ਬੈਠੇ ਰਹਿੰਦੇ ਜੇ 18 20 ਘੰਟੇ ਕਿ ਨਹੀਂ। ਆੜਤੀ ਆੜਤ ਨਹੀਂ ਛੱਡਦਾ, ਬਾਣੀਆਂ ਦੁਕਾਨ ਨਹੀਂ ਛੱਡਦਾ, ਜੱਟ ਫਸਲ ਨਹੀਂ ਛੱਡਦਾ, ਦਿਹਾੜੀਦਾਰ ਦਿਹਾੜੀ ਨਹੀਂ ਛੱਡਦਾ। ਕਾਰਨ ਕੀ ਹੈ? ਪੈਸੇ 'ਚੋਂ ਰਸ ਆਉਂਦਾ ਹੈ। ਪੈਸੇ ਦਿਓ, 12 ਘੰਟੇ ਕਿਰਤ ਕਰਦਾ ਹੈ ਨਾ, 18 ਵੀ ਕਰੇਗਾ, ਲੈ ਭਾਈ ਪੈਸੇ ਲੈ, ਰਸ ਆਉਂਦਾ ਹੈ। ਕਿਸੇ ਨੂੰ ਤਖਤ ਚੋਂ ਰਸ ਹੈ, ਕੁਰਸੀ ਚੋਂ ਰਸ ਹੈ ਕਿਤੇ ਇਲੈਕਸ਼ਨ ਹਾਰ ਵੀ ਜਾਵੇ ਤੇ ਕੁਰਸੀ ਨਾਲੋਂ ਧੂ ਕੇ ਲਾਉਣਾ ਪੈਂਦਾ, ਕਿਤੇ ਛੱਡਣ ਨੂੰ ਤਿਆਰ ਨਹੀਂ ਹੁੰਦਾ ਲੀਡਰ। ਬਾਣੀਆਂ ਗੱਲਾਂ ਛੱਡਣ ਨੂੰ ਤਿਆਰ ਨਹੀਂ ਹੈ। ਰਸ ਆਉਂਦਾ ਹੈ। ਕਾਮਣੀ ਛੱਡਣ ਨੂੰ, ਇਸਤਰੀ ਛੱਡਣ ਨੂੰ ਤਿਆਰ ਨਹੀਂ ਹੈ, ਰਸ ਆਉਂਦਾ ਹੈ। ਮੋਹ ਹੈ ਨਾ ਬੱਚਿਆਂ ਦਾ, ਸਾਰੀ ਦਿਹਾੜੀ ਚੱਟੀ ਜਾਵੇ, ਰਸ ਆਉਂਦਾ ਹੈ। ਇਹ ਦਿਨ ਰਾਤ ਗੁਰੂ ਨਾਨਕ ਦੇ ਗੀਤ ਗਾਉਣੇ, ਅਕਾਲ ਪੁਰਖ ਦੀ ਇਬਾਦਤ ਕਰਨੀ, ਕਹਿੰਦੇ ਉਹੀ ਕਰ ਸਕੇਗਾ ਜਿਹਨੂੰ ਸੰਸਾਰ ਚੋਂ ਨਹੀਂ ਨਿਰੰਕਾਰ ਚੋਂ ਰਸ ਆਇਆ ਹੈ। ਜੇ ਤੁਸੀਂ ਸੰਸਾਰ ਨੂੰ ਸਮਾਂ ਦੇ ਸਕਦੇ ਹੋ ਤੇ ਗੁਰੂ ਨਾਨਕ ਦੇ ਪਿਆਰੇ ਨਿਰੰਕਾਰ ਨੂੰ ਸਮਾਂ ਦਿੰਦੇ ਨੇ। ਅਨ ਦਿਨ ਕੀਰਤਨ ਰਸਨ ਰਮੋਰੀ, ਜਿਨ੍ਹਾਂ ਨੂੰ ਆਨੰਦ ਆ ਜਾਂਦਾ ਹੈ, ਦਿਨ ਰਾਤ ਉਹ ਅਕਾਲ ਪੁਰਖ ਦੇ ਗੀਤ ਗਾਉਂਦੇ ਨੇ। ਬਾਬਾ ਸ਼੍ਰੀ ਚੰਦ ਜੀ ਦਾ ਐਸਾ ਚੌਂਕੜਾ ਸੀ, ਔਰ ਉਹੋ ਜੇ ਮਹਾਪੁਰਸ਼ ਕਰੋੜਾਂ ਚੋਂ ਇੱਕ ਆਦ ਹੁੰਦੇ ਨੇ ਹਰ ਜਗ੍ਹਾ। ਇਹ ਨਹੀਂ ਹੈ ਵੀ ਬਾਬਾ ਸ਼੍ਰੀ ਚੰਦ ਜੀ ਵਰਗਾ ਕੋਈ ਪੈਦਾ ਹੋ ਜਾਵੇ ਤੇ ਫਿਰ ਗੁਰੂ ਨਾਨਕ ਸਾਹਿਬ ਦੇ ਗ੍ਰਹਿ ਵਿਖੇ ਪ੍ਰਗਟ ਹੋਣਾ। ਇੱਥੇ ਆ ਕੇ ਤੇ ਆਪਾਂ ਕਹਿ ਸਕਦੇ ਆ ਨਾ ਵੀ ਬਾਬਾ ਸ਼੍ਰੀ ਚੰਦ ਵਰਗਾ ਵੀ ਕੋਈ ਦੂਸਰਾ ਮਹਾਪੁਰਸ਼ ਨਹੀਂ ਹੈ, ਜਨ ਨਹੀਂ ਹੈ। ਕਈ ਕਹਿ ਦਿੰਦੇ ਉਹਨਾਂ ਨੇ ਨਾ ਗੁਰੂ ਨਾਨਕ ਸਾਹਿਬ ਦੀ ਹੁਕਮ ਕਬੂਲੀ ਕੀਤੀ ਹੈ, ਹੁਕਮ ਨਹੀਂ ਮੰਨਿਆ। ਗੁਰੂ ਨਾਨਕ ਸਾਹਿਬ ਦਾ ਜੀ ਉਹਨਾਂ ਸਤਿਕਾਰ ਨਹੀਂ ਕੀਤਾ। ਉਹ ਗੁਰਮਤਿ ਦੇ ਵਿਪਰੀਤ ਚੱਲਦੇ ਸਨ, ਇਹ ਦਾਵਾ ਹੈ ਕਈਆਂ ਦਾ। ਇਹ ਆਪਾਂ ਨੂੰ ਪਤਾ ਹੈ ਵੀ ਬਾਬਾ ਰਾਮ ਰਾਏ ਜੀ, ਬਾਬਾ ਪ੍ਰਿਥਵੀ ਚੰਦ ਜੀ ਆਦਿ, ਇਹ ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਦੀ ਮਰਿਆਦਾ, ਗੁਰੂ ਨਾਨਕ ਦੇ ਘਰ ਦੇ ਉਲਟ ਗੱਦੀ ਲਾ ਕੇ ਬੈਠ ਗਏ, ਉਲਟ ਚੱਲਦੇ ਸਨ। ਬਾਣੀ ਦੀ ਵੀ ਕੱਟ ਵੱਢ ਕੀਤੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੇਖਿਆ ਵੀ 9 ਜਾਮਿਆਂ ਤੱਕ ਤੇ ਮੈਂ ਚਰਨਾਂ ਦੀ ਪੌਲ ਹੀ ਬਖਸ਼ਦਾ ਰਿਹਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਪਾਣੀ ਪੱਖਾ ਪੀਣਾ ਪੈਰ ਧੋਏ, ਚਰਨਾ ਅੰਮ੍ਰਿਤ ਪਾਵੇ। ਕੋਈ ਪਾਣੀ ਢੋਂਦਾ ਸੀ, ਕੋਈ ਪੱਖੇ ਦੀ ਸੇਵਾ ਗੁਰੂ ਘਰ ਕਰੇ, ਕੋਈ ਭਾਂਡੇ ਮਾਂਜੇ, ਕੋਈ ਦਰੀਆਂ ਝਾੜੇ, ਤੇ ਗੁਰੂ ਸਾਹਿਬ ਖੁਸ਼ ਹੋ ਕੇ ਚਰਨਾ ਅੰਮ੍ਰਿਤ ਬਖਸ਼ਦੇ ਸੀ। ਅੱਛਾ, ਉਹ ਸਿੱਖ ਬਣ ਜਾਂਦਾ ਸੀ। ਹੁਣ ਅੱਗੇ ਕੀ ਹੋਇਆ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਵਿਚਾਰ ਹਿਰਦੇ ਵਿੱਚ ਲੈ ਕੇ ਆਂਦੀ ਵੀ ਕਲਯੁਗ ਦਾ ਭਿਅੰਕਰ ਸਮਾਂ ਹੈ, ਗੁਰੂ ਵੱਧ ਜਾਣੇ ਨੇ, ਚੇਲੇ ਘਟ ਜਾਣੇ ਨੇ, ਐਵੇਂ ਗੰਦੇ ਮੰਦੇ ਪੈਰ ਧੋ ਕੇ ਪਿਆਇਆ ਕਰਨਗੇ। ਖੰਡੇ ਦੀ ਪੌਲ ਬਣਾ ਦਿੱਤੀ। ਸ਼ਬਦ ਤੋਂ ਪਾਣੀ ਜਿਹੜਾ ਸੀ ਨਾ, ਉਹ ਅੰਮ੍ਰਿਤ ਬਣ ਗਿਆ, ਆਬੇ ਹਯਾਤ ਬਣ ਗਿਆ ਸ਼ਬਦ ਦੀ ਬਰਕਤ ਦੇ ਨਾਲ। ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ, 5 ਬਾਣੀਆਂ ਪੜ੍ਹੀਆਂ ਜਾਂਦੀਆਂ ਨੇ। ਬਾਬਾ ਜੈਤਾ ਜੀ ਨੇ ਸਿਰ ਦਿੱਤਾ ਹੈ ਸਿੱਖ ਕੌਮ ਲਈ। ਅੰਮ੍ਰਿਤ ਵੇਦ ਵਿੱਚ ਉਹਦੇ ਪਾਕ ਬੋਲ ਨੇ ਨਾ, ਜਪ ਜਾਪ ਸਵਈਏ ਚੌਪੀ ਆਨੰਦ, ਸੋ ਪਾਠ ਸੋ ਪਾਹੁਲ ਤਿਆਰ ਕਰੀ ਜੈ। ਜਪ ਜਾਪ ਸਵਈਏ ਚੌਪੀ ਆਨੰਦ ਪੜ੍ਹ ਕੇ ਅੰਮ੍ਰਿਤ ਤਿਆਰ ਹੋਇਆ ਹੈ। ਜਦੋਂ ਅੰਮ੍ਰਿਤ ਛਕਦੇ ਆ ਤੇ ਰਹਿਤ ਨਾਮਿਆਂ ਵੱਲ ਥੋੜਾ ਜਿਹਾ ਧਿਆਨ ਦਿਓ। ਰਹਿਤ ਨਾਮਿਆਂ ਵਿੱਚ ਜਿਹੜੇ ਬੋਲ ਨੇ ਨਾ, 5 ਪਿਆਰੇ ਸਾਨੂੰ ਉੱਥੇ ਹੁਕਮ ਕਰਦੇ ਨੇ। ਅੰਮ੍ਰਿਤ ਸੰਸਕਾਰ ਜਦੋਂ ਪੜ੍ਹਦੇ ਹੋ ਨਾ ਰਹਿਤ ਮਰਿਆਦਾ ਦੇ ਖਰੜੇ ਵਿੱਚ, ਉੱਥੇ ਸਾਨੂੰ ਹੁਕਮ ਕੀਤਾ ਜਾਂਦਾ ਹੈ ਵੀ ਤੁਸੀਂ 5 ਬਾਣੀਆਂ ਦਾ ਪਾਠ ਕਰਨਾ ਹੈ। ਜਪ ਜਾਪ ਸੋਈਏ ਚੌਪੀ ਆਨੰਦ। ਅੰਮ੍ਰਿਤ ਵੇਲੇ, ਸੰਧਿਆ ਵੇਲੇ ਰਹਿ ਰਾਸ ਸਾਹਿਬ, ਸੌਣ ਵੇਲੇ ਕੀਰਤਨ ਸੋਹਿਲਾ। ਗੁਰਮੁਖ ਪਿਆਰੇ ਵੱਧ ਤੋਂ ਵੱਧ ਬਾਣੀਆਂ ਪੜ੍ਹਦੇ ਨੇ, ਪਰ ਘੱਟੋ ਘੱਟ ਸੁਬਾਹ ਅੰਮ੍ਰਿਤ ਵੇਲੇ 5 ਬਾਣੀਆਂ, ਸੰਧਿਆ ਵੇਲੇ 2 ਬਾਣੀਆਂ। ਅੱਛਾ, ਨਾਲ ਉਹ ਇੱਕ ਇਹ ਹੁਕਮ ਕਰਦੇ ਨੇ, ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਪਰ ਇਸਤਰੀ ਦਾ ਸੰਗ ਨਹੀਂ ਕਰਨਾ, ਤਮਾਕੂ ਦਾ ਸੇਵਨ ਨਹੀਂ ਕਰਨਾ, ਕੁੱਠਾ ਨਹੀਂ ਖਾਣਾ, ਮਾਸ ਨਹੀਂ ਖਾਣਾ, ਏਦਾਂ ਹੁਕਮ ਹੁੰਦਾ ਹੈ। ਫਿਰ ਉੱਥੇ ਇੱਕ ਬਚਨ ਕਰਦੇ ਨੇ
ਵੀ ਸਮਾਜ ਵਿੱਚ ਕਿਹੜੇ ਉਹ ਲੋਕ ਨੇ ਜਿਨ੍ਹਾਂ ਤੋਂ ਦੂਰੀ ਬਣਾ ਕੇ ਰੱਖਣੀ ਹੈ। ਉਹ ਕਾਲੇ ਭਾਂਡੇ ਵਰਗੇ ਨੇ, ਨੇੜ ਕਰੋਗੇ ਤੇ ਕਾਲਖ ਲੱਗੇਗੀ ਤੁਹਾਨੂੰ ਵੀ। ਉਹ ਨੇ ਮੀਣੇ, ਮਸੰਦ, ਧੀਰ ਮੱਲੀਏ, ਰਾਮ ਰਾਈਏ, ਪੰਥ ਵਿਰੋਧੀ, ਕੁੜੀ ਮਾਰ, ਸਿਰ ਗੁੰਮ, ਤਨਖਾਹੀਏ, ਉਹਨਾਂ ਨਾਲ ਨਹੀਂ ਮਿਲਣਾ ਵਰਤਣਾ। ਤੇ ਜਿਹੜਾ ਤੁਹਾਨੂੰ ਬਾਬੇ ਸ਼੍ਰੀ ਚੰਦ ਦੀ ਸ਼ਾਨ ਬਾਬਤ ਕਹਿੰਦਾ ਹੈ, ਗਲਤ ਲਫ਼ਜ਼ ਗਲੂਏ ਚੋਂ ਕੱਢਦਾ, ਉਹਨੂੰ ਪੁੱਛਿਆ ਤੇ ਕਰੋ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਤੇ ਵੀ ਨਹੀਂ ਕਿਹਾ ਸ਼੍ਰੀ ਚੰਦੀਆਂ ਨਾਲ ਨਹੀਂ ਵਰਤਣਾ। ਕਹਿੰਦੇ ਜ਼ਰੂਰ ਅਗਰ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਦੀ ਗੁਰਮਤ ਤੋਂ ਵਿਪਰੀਤ ਕਦਮ ਰੱਖਿਆ ਹੁੰਦਾ ਤੇ ਜਿੰਨਾ ਰੱਖਿਆ ਹੈ ਉਹਨਾਂ ਨਾਲ ਮਿਲਣ ਵਰਤਨ ਤੋਂ ਖਾਲਸੇ ਨੂੰ ਮਨਾਹੀ ਹੈ। ਉਹ ਤੇ ਕਬੀਰ ਜੀ ਦੇ ਕਹਿਣ ਨੂੰ ਇਦਾਂ ਦੇ ਨੇ, ਕਬੀਰ ਸਾਕਤ ਸੰਗ ਨਾ ਕੀਜੀਐ ਦੂਰਹ ਜਾਈਐ, ਭਾਗ ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਕਬੀਰ ਜੀ ਕਹਿੰਦੇ ਉਹ ਕਾਲੇ ਭਾਂਡੇ ਦੇ ਨੇੜੇ ਨਾ ਜਾ, ਨਜ਼ਦੀਕ ਹੋਵੇਂਗਾ ਤੇ ਕਾਲਖ ਲੱਗੇਗੀ। ਸਾਕਤ ਦੇ ਨੇੜੇ ਨਾ ਜਾ, ਇਹ ਕੁਤਰਕ ਕਰਦਾ ਹੈ, ਗੁਰਮਤ ਦੇ ਵਿਪਰੀਤ ਗੱਲਾਂ ਕਰਦਾ ਹੈ, ਇਹ ਤੇਰੀ ਬੁੱਧੀ ਵੀ ਭ੍ਰਿਸ਼ਟ ਕਰ ਦੇਵੇਗਾ। ਆਪ ਸੰਸਾਰ ਸਾਗਰ ਤੋਂ ਡੁੱਬੇਗਾ, ਤੈਨੂੰ ਵੀ ਡੁੱਬੇਗਾ। ਬਾਬਾ ਸ਼੍ਰੀ ਚੰਦ ਜੀ ਆਗਿਆ ਤੋਂ ਬਾਹਰ ਚੱਲੇ ਹੁੰਦੇ ਤੇ ਸਾਡੇ ਲਈ ਮਨਾਹੀ ਸੀ ਮਿਲਣ ਵਰਤਨ ਕਰਨ ਦਾ। ਇੱਕ ਮੈਂ ਜਵਾਬ ਉਹਨਾਂ ਕੁਤਰਕੀਆਂ ਨੂੰ ਦੇ ਦਵਾਂ। ਤੁਸੀਂ ਕਹਿੰਦੇ ਹੋ ਉਦਾਸੀਨ ਮਹਾਂਪੁਰਸ਼ਾਂ ਨਾਲ ਵਰਤਣਾ ਨਹੀਂ, ਉਹ ਸਿੱਖੀ ਦਾ ਅੰਗ ਨਹੀਂ, ਬ੍ਰਾਹਮਣਵਾਦ ਫੈਲਾਉਂਦੇ ਨੇ। ਜਿਸ ਦਿਨ 1704 ਈਸਵੀ ਨੂੰ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਆਨੰਦਾਂ ਦੀ ਪੁਰੀ ਛੱਡਣ ਲੱਗੇ ਨੇ ਨਾ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਨੰਦਾਂ ਦੀ ਪੁਰੀ ਛੱਡਣ ਵੇਲੇ ਉਦਾਸੀਨ ਮਹਾਂਪੁਰਸ਼ਾਂ ਨੂੰ, ਜਿਤਨੇ ਵੀ ਪਾਕ ਗੁਰਧਾਮ ਨੇ ਆਨੰਦਪੁਰ ਸਾਹਿਬ ਦੇ, ਉਹਨਾਂ ਦੀ ਸੇਵਾ ਸੰਭਾਲ ਬਖਸ਼ੀ ਹੈ। ਤੇ ਜੇ ਉਦਾਸੀ ਮਹਾਂਪੁਰਸ਼ ਗੁਰਮਤ ਦੇ ਉਲਟ ਚੱਲਦੇ ਨੇ, ਕਦਮ ਉਲਟ ਪੁੱਟਦੇ ਨੇ, ਗੁਰੂ ਘਰ ਦੀ ਉਹ ਕਦਮ ਬੋਸੀ ਨਹੀਂ ਕਰਦੇ ਰਹੇ। ਤੇ ਮੈਂ ਪੁੱਛਣਾ ਚਾਹੁੰਦਾ ਉਹਨਾਂ ਵੀਰਾਂ ਕੋਲੋਂ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਫਿਰ ਮਨਮੁਖਾਂ ਨੂੰ, ਮਨਮਤੀਆਂ ਨੂੰ ਹੀ ਗੁਰਦੁਆਰਿਆਂ ਦੀ ਸੇਵਾ ਦੇ ਗਏ। 17ਵੀਂ 18ਵੀਂ 19ਵੀਂ ਸਦੀ ਦੇ ਵਿੱਚ ਵੇਖੋ ਸੇਵਾਵਾਂ ਸਾਰੇ ਗੁਰਧਾਮ ਉਦਾਸੀਨ ਮਹਾਂਪੁਰਸ਼ਾਂ ਸਾਂਭੇ। ਅੰਮ੍ਰਿਤਧਾਰੀ ਖਾਲਸਾ ਜੰਗਾਂ ਯੁੱਧਾਂ ਵਿੱਚ ਰੁੱਝਿਆ ਸੀ, ਇਹਨਾਂ ਸਾਰੇ ਮਨਮਤੀਆਂ ਨੂੰ ਹੀ ਸੇਵਾ ਦੇ ਦਿੱਤੀਆਂ। ਪੰਥ 'ਚ ਕੋਈ ਸਿਆਣਾ ਨਹੀਂ ਸੀ, ਕੋਈ ਸਮਝਦਾਰ ਨਹੀਂ ਸੀ। ਇਹ ਆਪੂ ਘੜੀਆਂ ਕਹਾਣੀਆਂ ਨੇ। ਗੁਰੂ ਨਾਨਕ ਦੇ ਇਸ ਬਗੀਚੇ ਨੂੰ ਤਾਰ ਪੀੜੋ ਕਰਨ ਦੇ ਲਈ, ਬਗੀਚਾ ਉਜਾੜਨ ਦੇ ਲਈ, ਇੱਕ ਇੱਕ ਫੁੱਲ ਕਰਕੇ, ਇੱਕ ਇੱਕ ਸੰਪਰਦਾਇ ਨੂੰ ਦੂਰ ਕਰਨ ਲਈ ਇਹ ਪਾਪ ਕਮਾਏ ਜਾ ਰਹੇ ਨੇ। ਸੋ ਇਸ ਗੱਲ ਵੱਲ ਤੁਸੀਂ ਧਿਆਨ ਦੇਣਾ ਹੈ। ਮਹੰਤ ਗੁਰਬਖਸ਼ ਦਾਸ ਵਰਗਿਆ ਸਤਪੁਰਸ਼ਾਂ ਨੂੰ, ਉਦਾਸੀਨ ਮਹਾਂਪੁਰਸ਼ਾਂ ਨੂੰ ਨੰਦਾਂ ਦੀ ਪੁਰੀ ਦੇ ਗੁਰਧਾਮਾਂ ਦੀ ਸੇਵਾ ਹੀ ਤਾਂ ਦਿੱਤੀ ਕਿਉਂਕਿ ਉਹ ਗੁਰਮਤੀਏ ਨੇ। ਤੇ ਜੇ ਗੁਰੂ ਨੇ ਸੇਵਾ ਦਿੱਤੀ ਹੁਕਮ ਕਰਕੇ, ਤੇ ਬਾਣੀ ਤੇ ਕਹਿੰਦੀ ਹੈ ਗੁਰ ਕਾ ਸ਼ਬਦ ਨਾ ਮੇਟੈ ਕੋਏ, ਗੁਰ ਨਾਨਕ ਨਾਨਕ ਹਰ ਸੋਏ। ਗੁਰੂ ਦਾ ਸ਼ਬਦ, ਗੁਰੂ ਦਾ ਹੁਕਮ ਮਿਟਾ ਨਹੀਂ ਕੋਈ ਸਕਦਾ, ਕੱਟਣਾ ਨਹੀਂ ਚਾਹੀਦਾ ਗੁਰੂ ਦੇ ਹੁਕਮ ਨੂੰ। ਗੁਰੂ ਉਦਾਸੀਆਂ ਨੂੰ ਸੇਵਾ ਦੇਵੇ ਗੁਰਧਾਮਾਂ ਦੀ। ਤੁਸੀਂ ਨਵੇਂ ਬਣੇ ਸਿੱਖੀ ਦੇ ਵਿਦਵਾਨ ਕਹਿੰਦੇ ਉਦਾਸੀਆਂ ਨੂੰ ਪੰਥ ਚੋਂ ਬਾਹਰ ਕੱਢ ਦਿਓ। ਹੁਣ ਤੁਹਾਡੀ ਮੰਨੀਏ ਕਿ ਜਿਸ ਗੁਰੂ ਨਾਨਕ ਦੀ ਮਹਿਮਾ ਖੰਡਾਂ ਬ੍ਰਹਮੰਡਾਂ ਵਿੱਚ ਹੈ, ਉਹਦੀ ਮੰਨੀਏ। ਜਿਹਦੀ ਪਾਕ ਗਲੂਏ ਦੀ ਆਵਾਜ਼ ਬਾਰੇ ਬਾਣੀ ਕਹਿੰਦੀ ਹੈ, ਫਿਰ ਪੜ੍ਹ ਦਿਓ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜੇ ਅਵਰਨਾ ਕੋਏ। ਤੇ ਗੁਰਬਾਣੀ ਕਹਿੰਦੀ ਹੈ ਗੁਰੂ ਦਾ ਜਿਹੜਾ ਹੁਕਮ ਹੈ, ਗੁਰ ਕਾ ਸ਼ਬਦ ਨਾ ਮੇਟੇ ਕੋਈ, ਇਹਨੂੰ ਮਿਟਾਉਣਾ ਨਹੀਂ ਹੈ, ਇਹਨੂੰ ਕੱਟਣਾ ਨਹੀਂ ਹੈ। ਤੇ ਜੇ ਮਹਾਰਾਜ ਸੇਵਾਵਾਂ ਦਿੰਦੇ ਨੇ ਬਾਬਾ ਗੁਰਬਖਸ਼ ਦਾਸ ਨੂੰ, ਉਦਾਸੀਨ ਮਹਾਂਪੁਰਸ਼ਾਂ ਨੂੰ, ਵੀ ਅਸੀਂ ਜੰਗਾਂ ਯੁੱਧਾਂ ਵਿੱਚ ਰੁੱਝੇ ਆ, ਤੁਸੀਂ ਗੁਰਧਾਮਾਂ ਦੀ ਸੇਵਾ ਕਰੋ, ਤੇ ਤੁਸੀਂ ਕੌਣ ਹੋ ਗਏ? ਇਹ ਕੁਤਰਕ ਸਾਧਨ ਵਾਲੇ ਵੀ ਇਹਨਾਂ ਤੋਂ ਡੇਰੇ ਖੋਲੋ, ਗੁਰਦੁਆਰੇ ਖੋਲੋ। ਇਹ ਬ੍ਰਾਹਮਣਵਾਦ ਫੈਲਾਉਂਦੇ ਨੇ। ਸਵਾਲ ਕਰਨੇ ਸਿੱਖੋ ਇਹਨਾਂ ਲੋਕਾਂ ਨੂੰ ਜਿਹੜੇ ਪੰਥ ਦੇ ਦੁਸ਼ਮਣ ਨੇ। ਇਹ ਇਕੱਲਾ ਗਿਆਨੀ ਜਨਾਂ ਦਾ ਹੀ ਪੱਖ ਨਹੀਂ ਹੈ। ਸੰਗਤ ਆਪ ਬਾਣੀ ਨੂੰ ਪੜ੍ਹ ਕੇ ਸੇਧ ਲਵੇ, ਆਪ ਇਸ ਗੱਲ ਨੂੰ ਸਮਝੇ। ਖੈਰ
उस महापुरुष की जदों बाणी पढ़ते हैं ना आपां, देखो जदों भी किसी कवि ने विद्वान ने गलूए चों बोल प्रगट कीते ने, वडियाई गाई है, अध्यात्मक मंडलां विच उडारियां मारन वाले पुरुषां ने अपने इष्ट की वडियाई गाई है जां अकाल पुरख की। जिन्हों तुसीं मानदे हो उहदे ही गुण गाओगे ना। जिथे सिर झुकदा है, गैरां दे गुआंढियां दे गुण कौन गाउंदा है? जिथे दिल नहीं भिजदा उहदे गुण कौन गाउंदा है? तुसीं आरता साहिब पढ़ो, बाबा श्री चंद जी महाराज एक दिन समाधि च बैठे, रस आ रहा है, समाधि लग गई। ते साडे वर्गी समाधि नहीं है भी जपजी साहिब पढ़ रहे सी, 5-7 दे विचों फोन आ गए, कदे वो चुक ले ते कदे आंढियां गुआंढियां दीयां गल्लां सुणदियां। नेत्र गुड़का साहिब वाल ते जिहड़े विचार रूपी नेत्र ने वो गुआंढियां दी कंध ना जुड़े, कंन उत्थे जुड़िया है भी ये की आंदे। इदां दी समाधि नहीं, ये समाधि नहीं हुंदी भी नितनेम शुरू कीता ते वासियां लैणों ना हटे, आ पासे ही थल्लों ना हटे, कदे एक लत्त ते कदे दोहां ते, कदे ये पासा कदे वो पासा। नहीं, ये मन ना जुड़े दी निशानी है। जिन्हां नूं रस आउंदा है ना, उन्हां दा जिथे तन है उत्थे ही मन है। दीन दुनिया दे मालक गुरु नानक साहिब दे लखते जिगर ना समाधि ला के बैठे, सरगुण स्वरूप गुरु नानक विच जुड़े जुड़े निर्गुण दी अगमी दुनिया सचखंड विच पहुंच गए। की वेंदे ने कई महात्मा संत देवी देवते, वो तख्त ते बैठा जो अकाल पुरख है उहदे चरनां विच झुके कदम बोसी करदे ने। कहंदे नेड़े हो के वेखिया ते वो गुरु नानक बैठे ने ते खासान खास देवी देवते महापुरुष उहदे चरनां विच ने। मैं पूछा गुरु ग्रंथ साहिब तो भी बाबा श्री चंद जी ने आरता गुरु नानक साहिब दा क्यों गाया है? ते गुरु ग्रंथ साहिब सवाल हर एक दा जवाब दिंदे ने। कहंदे सारी दुनिया जिन्हों गाउंदी है बाबा श्री चंद भी उसे नूं गावेगा। गावा है कपिलाद आद जोगेसर अपरंपर अवतार वरो। जितने भी कपिल ऋषि आदिक पुरातन सनातन महापुरुष होए ने, जां इउं समझ लो अपरंपर अवतार वरो, वो अवतार जिन्हां दा पारावार ही नहीं पाया जा सकदा। जिहड़े बड़े वड्डे ने वो अपने विच सिरमौर अवतार गुरु नानक नूं गाउंदे ने। गावै जमदागन परशुरामेश्वर कर कुठार रग तेज हरियो। परशुराम वर्गे उसनूं गाउंदे ने। उधो अकरूर बिदर गुण गावै सर्बात्म जिन जाणियो। कब कल सुजस गावो गुरु नानक राज जोग जिन माणियो। सारे ही महापुरुष गुरु नानक नूं गाउंदे ने। ही इज द मास्टर ऑफ द राज्य जोगा। राज जोग बख्शण वाला है गुरु नानक। आप पुछां भाई नंद लाल तो, है भाई नंद लाल जिवें बाबा श्री चंद जी समाधि ला के वो सचखंड पहुंचते ने, कई तो यह भी कहते हैं जी सचखंड ही नहीं हुंदा। मैं पूछा गुरु ग्रंथ साहिब नूं हुंदा कि नहीं? कहते सच्चे तेरा खंड सच्चे ब्रह्मांड। बाणी कहती है सब कुछ है। सतसंग भी सचखंड है, निर्गुण दा ना नसरी आउण वाला परलोक भी सचखंड है, गुरधाम भी सचखंड ने। जदों तुसीं भाई नंद लाल जी समाधि लाउंदे हो, निर्गुण दे दर उत्ते की हो रहा है? कहंदे तालिबे खा के ओ चेहे खासे, चेहे आम चेहे मलायक, चेहे हाजराने तमाम। परशियन दे फारसी दे बोल ने। तालिबे मतलब है चाहुंदे ने, वो चाहुंदे ने। खाक किहनूं कहंदे ने? चरनां दी धूड़ी नूं। ओ उस दी कहंदे ओहदे चरनां दी धूड़ी चाहुंदे ने। चेहे दा मतलब है की, खास आम दा मतलब तुसीं समझदे हो। ये फारसी दे बोल पंजाबी च भी वरतदे हैं। खास जेड़ा नेड़े है ते आम जेड़ा सधारण है। चाहे कोई खास है, चाहे कोई आम है, चाहे कोई देवता है, चाहे कोई अवतार है,
ਆਏ ਗੁਰੂ ਨਾਨਕ ਮਲਾਇਕ ਕਹਿੰਦੇ ਨੇ ਦੇਵਤਿਆਂ ਨੂੰ, ਚਾਹੇ ਉਹ ਦੇਵਤੇ ਨੇ ਹਾਜ਼ਰਾਂ ਨੇ, ਜਿੰਨੇ ਵੀ ਨਿਰਗੁਣ ਸਰੂਪ ਦੀ ਦਰਗਾਹ ਵਿੱਚ ਹਾਜ਼ਰ ਮਹਾਂਪੁਰਸ਼ ਨੇ, ਤਮਾਮ ਸਾਰੇ ਦੇ ਸਾਰੇ ਗੁਰੂ ਨਾਨਕ ਤੇਰੇ ਚਰਨਾਂ ਦੀ ਖਾਕ ਚਾਹੁੰਦੇ ਨੇ, ਤੇਰੇ ਗੁਣ ਗਾਉਂਦੇ ਨੇ, ਤੇਰੀ ਚਰਨ ਧੂੜੀ ਮਸਤਕ ਨੂੰ ਲਾਉਂਦੇ ਨੇ, ਤੇਰੇ ਗੀਤ ਗਾਉਂਦੇ ਨੇ। ਕਿਉਂ ਗਾਉਂਦੇ ਨੇ? ਫਿਰ ਪੜ੍ਹਦੇ ਹੋ ਗੁਰੂ ਨਾਨਕ ਦੇਵ ਗੋਵਿੰਦ ਰੂਪ, ਪਰਮੇਸ਼ਵਰ ਦੇ ਸਰੂਪ ਨੇ ਗੁਰੂ ਨਾਨਕ। ਤੇ ਬਾਬਾ ਸ਼੍ਰੀ ਚੰਦ ਜੀ ਅਗੰਮੀ ਰਸ ਵਿੱਚ ਆਏ, ਬਾਪੂ ਨਾਨਕ ਨਿਰੰਕਾਰੀ ਨੂੰ ਅਕਾਲ ਪੁਰਖ ਨਿਰਗੁਣ ਸਰੂਪ ਵਜੋਂ ਦੇਖ ਕੇ, ਗੱਦੀ ਨਸ਼ੀਨ ਜਾਣ ਕੇ ਉਸ ਸੱਚਖੰਡ ਦੇ ਤਖਤ ਤੇ ਕੀ ਪੜ੍ਹਦੇ ਨੇ? ਇਹ ਇਸ਼ਟ ਬਾਰੇ ਹੀ ਇਹ ਗੱਲਾਂ ਕਹੀਆਂ ਜਾ ਸਕਦੀਆਂ ਜਿਸ ਨੂੰ ਅਸੀਂ ਮੰਨਦੇ ਹਾਂ। ਜੇ ਕਿਸੇ ਦੇਵੀ ਦੇਵਤੇ ਦੇ ਪੁਜਾਰੀ ਹੁੰਦੇ ਤੇ ਫਿਰ ਉਹਨਾਂ ਦੀ ਕੀਰਤੀ ਗਾਉਂਦੇ ਬਾਬਾ ਸ਼੍ਰੀ ਚੰਦ। ਦੂਸਰੀ ਗੱਲ, ਖੁਦ ਖੁਦਾ ਦੇ ਦਿਲਬੰਦ ਨੇ, ਲਖਤੇ ਜਿਗਰ ਨੇ, ਉਹ ਕਿਸੇ ਹੋਰ ਦੇ ਗੀਤ ਕਿਉਂ ਗਾਉਣ? ਉਹ ਆਪ ਦੇਵੀ ਦੇਵਤਿਆਂ ਨੂੰ ਵੱਡੀ ਤਾਕਤ ਨੇ, ਉਹ ਆਪ ਸਭ ਤੋਂ ਸਿਰਮੌਰ ਨੇ। ਫਿਰ ਉਹਨਾਂ ਦੇ ਗਲੂਏ ਦੇ ਬੋਲ, ਉਹਨਾਂ ਦੀ ਪੁਰਜ਼ੋਰ ਕਲਮ ਦੇ ਬੋਲ ਨੇ, ਆਰਤਾ ਕੀਜੈ ਨਾਨਕ ਸ਼ਾਹੇ ਪਾਤਸ਼ਾਹ ਕਾ, ਹਰ ਹਰ दीन दुनिया के शाहें शाह का। गुरु नानक दी कीर्ति गाओ, आरता करो। कौन है जी गुरु नानक? कहंदे जो कुल कायनात दा पातशाह है, परमेश्वर दे जो सरगुण स्वरूप ने। ते जेड़ा काका बापू दे कहने विच ना चले, कथन तो बाहर चले, ते इस गल दा ख्याल रखियो, ओदे गलूए चों अपने बापू दी वडियाई नहीं निकल सकती, बुरा ही बोलेगा। मैनू एक भी लिखत विखा दिओ बाबा श्री चंद जी दी, गुरु नानक परमेश्वर तो बिना किसी होर दी वडियाई उन्हां कीती होवे। सो इस गल नूं ध्यान नाल समझिओ। श्रेष्ठ परमात्मा दा स्वरूप समझ के गुरु नानक साहब नूं गाया। जे जदों थोड़ा जिहा अगे लंघो ना, सनातन मत सब तो पुराना धर्म हिंदूइज्म, उन्हां दे रहबर विष्णु जी, ते उन्हां दी वडियाई विच 1008 नामां दा जिक्र विद्वानां ने कीता है। विष्णु सहस्रनामा दे विच बाबा श्री चंद प्रगट होए, कहंदे ते कुछ भी नहीं, खुद खुदा गुरु नानक दे ते इन्ने नाम ने जिन्हां दा अंत नहीं पाया जा सकदा। कलम चुक लई कलम, गुरु नानक सहस्रनामा उचार दिता, ਜਿਹਦੇ ਵਿੱਚ ਗੁਰੂ ਜੀ ਨੂੰ ਪ੍ਰਭੂ ਦਾ ਸਰੂਪ ਦਰਸਾਉਂਦਿਆਂ 100 ਤੋਂ ਵੱਧ ਸ਼ਲੋਕ ਉਚਾਰ ਦਿੱਤੇ। ਐਸੀ ਰਚਨਾ ਕੀਤੀ 1008 ਤੋਂ ਵੀ ਵੱਧ ਗੁਰੂ ਨਾਨਕ ਸਾਹਿਬ ਦੇ ਕਰਮ ਨਾਮ ਉਚਾਰੇ ਨੇ। ਇਹ ਬਾਬੇ ਸ਼੍ਰੀ ਚੰਦ ਦੀ ਕਲਮ ਹੈ। ਸੰਸਕ੍ਰਿਤ ਦੀ ਮਹਾਨ ਰਚਨਾ ਵਿਸ਼ਨੂੰ ਸਹੰਸਰਨਾਮਾ ਨਾਲੋਂ ਵੱਧ ਗੁਰੂ ਨਾਨਕ ਸਹੰਸਰਨਾਮਾ ਵਿੱਚ ਗੁਰੂ ਨਾਨਕ ਦੇ ਨਾਮ ਉਚਾਰ ਦਿੱਤੇ कि सारे देवी देवतियां चों सिरमौर पातशाह ने। मैं बहुता बरीकी च ना जावां, ये दो महान रचनावां तो ही समझ लगती है भी बाबा श्री चंद गुरु नानक तो लहदा किसी नूं सिजदा नहीं करते। ते क्यों फिर रहतनामियां च गुरु साहब गुरु गोबिंद सिंह ने लिखना सी भी श्री चंदियां तो दूर हो जाओ, इसे लई नहीं लिखिया, ये मेरा ही प्रचार करदे ने। इन्हां दे गलूए चों भी यही बोल निकलदे ने, सब ते वड्डा सतगुरु नानक जिन कल राखी मेरी सिरी गुरु साहिब सब ऊपर। ये भी यही गाउंदे ने। किन्ना सत्कार होवेगा बाबा श्री चंद दा गुरु घर विच। एक साखी सांझी करा। गुरु रामदास पातशाह जिन्हां दी बड़ी उच्ची शान है, बाबा श्री चंद जी नाल चौथे गुरु नानक दा मिलाप हुंदा है। दरबार विच तख्त ते सजे सन गुरु रामदास पातशाह, जिद्दां अज गुरु ग्रंथ साहिब सजे ने। सरगुण स्वरूप है, सजे ने। जदों वेखिया बाबा श्री चंद जी आए ने ना, तख्त तो उठ पए। इत्थे लखां राजे महाराजे संत पीर फकीर गुरु रामदास दे चरनां विच बैठदे ने, नदर नाल ही निहाल करी जांदे ने। पर गुरु नानक दी पाक वंश नूं आउंदियां तकिया ते तख्त तो उठ के खलो गए, दौड़ के अगे वधे सत्कार हित। जदों सत करतार आख्या ना, बाबा श्री चंद जी ने
ਦਰਸਾਉਣਾ ਸੀ ਵੀ ਇਹ ਏਡੇ ਉੱਚੇ ਕਿਉਂ ਨੇ ਸੰਗਤ ਵਿੱਚ। ਤੇ ਮਹਾਂਪੁਰਸ਼ਾਂ ਨੇ, ਮਹਾਰਾਜ ਬਾਬਾ ਸ਼੍ਰੀ ਚੰਦ ਜੀ ਨੇ ਸਹਿ ਸੁਭਾਅ ਬਚਨ ਕੀਤਾ ਹੈ, ਪੁਰਖਾ ਦਾੜਾ ਇੰਨਾ ਲੰਮਾ ਕਿਉਂ ਵਧਾਇਆ ਹੈ? ਤੇ ਬਾਬਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਤਖਤ ਦੇ ਵਾਰਿਸ ਚਰਨਾਂ ਵਿੱਚ ਬੈਠ ਕੇ ਤੇ ਗਲੂਏ ਚੋਂ ਪਾਕ ਬੋਲ ਕੱਢੇ ਜੀ, ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨੇ ਦੇ ਲਈ। ਤੇ ਤੇਰੀ ਹਸਤੀ ਕੀ ਹੈ? ਇੱਕ ਚੰਮ ਦਾ ਲਿਫਾਫਾ, ਗੰਦਲੀ ਦੀ ਪੋਟਲੀ, ਖੁਦ ਖੁਦਾ ਗੁਰੂ ਨਾਨਕ ਦੇ ਲਖਤੇ ਜਿਗਰ ਨੂੰ ਆਪਣੇ ਗਲੂਏ ਚੋਂ ਭੱਦੇ ਅਲਫਾਜ਼ ਕੱਢ ਕੇ ਮੈਲੇ ਬੋਲਾਂ ਨਾਲ ਉਹਦੀ ਨਿੰਦਾ ਕਰੇ ਤੇ ਜ਼ਿਹਨ ਵਿੱਚ ਝਾਤ ਤੇ ਮਾਰ ਵੀ ਤੂੰ ਹੈ ਕੌਣ ਹੈ? ਗੁਰੂ ਨਾਨਕ ਦੇ ਲਖਤੇ ਜਿਗਰ ਨੇ, ਖੁਦਾ ਦੇ ਲਖਤੇ ਜਿਗਰ ਨੇ। ਸਾਡਾ ਕੀ ਮੁਕਾਬਲਾ ਹੈ ਉਹਦੇ ਨਾਲ? ਗੁਰੂ ਰਾਮਦਾਸ ਕਹਿੰਦੇ ਜੀ ਇਹ ਦਾੜਾ ਵਧਿਆ ਹੀ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਲਈ। ਮੈਂ ਬਾਣੀ ਚੋਂ ਸਿੱਧ ਕਰਾਂਗਾ, ਨਹੀਂ ਤੇ ਕਈ ਪੂਛ ਨੂੰ ਵੱਟ ਦਿੰਦੇ ਨੇ, ਉਹ ਐਵੇਂ ਜੀ ਝੂਠੀਆਂ ਸਾਖੀਆਂ ਬਣਾ ਬਣਾ ਸੁਣਾਈ ਜਾਂਦੇ ਨੇ, ਇਦਾਂ ਹੀ ਕਹਿੰਦੇ ਨੇ। ਤੇ ਮੈਂ ਹੱਸਦਾ ਨਾ ਵੀ ਆਓ ਇਕੱਠੇ ਬਈਏ ਵਿਚਾਰ ਕਰੀਏ, ਜੇ ਤੁਹਾਡੇ ਕੋਲ ਸੱਚ ਹੈ ਤੇ ਅਸੀਂ ਝੋਲੀ ਚ ਪਵਾ ਲੈਨੇ ਆ, ਜਿਹੜੀ ਸਾਨੂੰ ਭੁੱਲ ਆ ਤੁਸੀਂ ਸਮਝਾ ਦਿਓ। ਉਹ ਕੰਮ ਕਰਨਾ ਕੋਈ ਨਹੀਂ, ਖਲਾਰਾ ਥੋੜਾ ਮਕਾਉਣਾ ਹੈ ਪੰਥ ਚ, ਵੰਡੀਆਂ ਵਧਾਉਣੀਆਂ ਨੇ ਵੀ ਪੰਥ ਦਾ ਖੁਰਾ ਖੋਜ ਮਿਟਾਉਣਾ ਹੈ, ਪਰ ਇਹ ਨਹੀਂ ਮਿਟੇਗਾ। ਪਤਾ ਕਿਉਂ ਨਹੀਂ ਮਿਟੇਗਾ? ਇੱਥੇ ਬੰਦਾ ਜਿਹੜੀ ਰਚਨਾ ਕਰੇ ਨਾ ਉਹ ਹੀ ਨਹੀਂ ਮਿਟਦੀ। ਇਹ ਮਹਿਲ ਮਾੜੀਆਂ ਉਸਰੀਆਂ ਨੇ, ਢਹਿ ਜਾਂਦੀ ਹੈ, ਘੋਰ ਬਣ ਜਾਂਦੀ ਹੈ। ਦੁਨੀਆ ਬੜੀ ਤਰੱਕੀ ਕਰ ਰਹੀ ਹੈ, ਕਈ ਰਚਨਾਵਾਂ ਹੋ ਰਹੀਆਂ ਨੇ, ਬੰਦਾ ਕਰ ਰਿਹਾ ਹੈ, ਮਿਟ ਰਹੀਆਂ ਨੇ। ਬੰਦੇ ਦਾ ਬਣਾਇਆ ਹੀ ਇਹ ਸਭ ਕੁਝ ਇਉਂ ਲੱਗਦਾ ਹੈ ਨਹੀਂ ਮਿਟ ਰਿਹਾ, ਨਵਾਂ ਉਸਾਰ ਲੈਂਦਾ ਹੈ। ਤੇ ਜਿਹਨੂੰ ਖੁਦਾ ਨੇ ਉਸਾਰਿਆ ਹੋਵੇ ਉਹਨੂੰ ਭਲਾ ਕੌਣ ਮੁਕਾ ਸਕਦਾ ਹੈ? ਖਾਲਸੇ ਨੂੰ। ਕਲਗੀਧਰ ਦੇ ਕੀ ਬੋਲ ਨੇ? ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਜਿਸ ਨੂੰ ਪੈਦਾ ਅਕਾਲ ਪੁਰਖ ਨੇ ਕੀਤਾ ਹੈ ਉਹਨੂੰ ਮਿੱਟੀ ਦਾ ਕੋਈ ਭਾਂਡਾ ਕਿੱਦਾਂ ਮਿਟਾ ਸਕਦਾ ਹੈ? ਇਹ ਲਾਂਤਾਂ ਹੀ ਖੱਟਦੇ ਨੇ ਇਹੋ ਜਿਹੇ ਲੋਕ ਮਹਾਂਪੁਰਸ਼ਾਂ ਦੀ ਨਿੰਦਾ ਕਰਕੇ, ਹੋਰ ਇਹਨਾਂ ਦੇ ਪੱਲੇ ਕੁਝ ਨਹੀਂ ਰਹਿੰਦਾ। ਪਰ ਕਦੇ ਵੀ ਮਨ ਵਿੱਚ ਕੋਈ ਕੁਤਰਕ ਉੱਠੇ ਸਤਿਪੁਰਸ਼ਾਂ ਬਾਬਤ, ਬਾਣੀ ਬਾਬਤ, ਇਤਿਹਾਸ ਬਾਬਤ, ਗੁੰਮਰਾਹ ਨਾ ਹੋਇਆ ਕਰੋ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਲਿਆ ਕਰੋ, ਤੁਹਾਨੂੰ ਵਿੱਚੋਂ ਹਰ ਸਵਾਲ ਦਾ ਜਵਾਬ ਮਿਲੇਗਾ। ਆਪ ਸਹਿਜ ਪਾਠ ਕਰਿਆ ਕਰੋ। ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਚਰਨਾਂ 'ਚ ਬਹਿ ਗਏ। ਬਾਬਾ ਸ਼੍ਰੀ ਚੰਦ ਜੀ ਨੇ ਉਠਾ ਕੇ ਛਾਤੀ ਨਾਲ ਲਾਇਆ। ਪਤਾ ਕੀ ਕਿਹਾ? ਕਹਿੰਦੇ ਇਸੇ ਨਿਰਮਾਣਤਾ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਤੁਹਾਨੂੰ ਆਪਣਾ ਤਖਤ ਬਖਸ਼ਿਆ ਹੈ। ਗੁਰੂ ਨਾਨਕ ਦੀ ਉਸ ਨਿਰੰਕਾਰੀ ਦੀ ਜੋਤ ਨੂੰ ਸਾਂਭਣ ਵਾਲਾ ਮਹਲ, ਇਹ ਮੁਜੱਸਮਾ ਸ਼ਰੀਰ ਤੁਹਾਡੇ ਪਾਸ ਹੈ। ਤੇ ਤੁਸੀਂ ਗੁਰੂ ਨਾਨਕ ਅੱਗੇ ਝੁਕ ਗਏ, ਬਾਬਾ ਗੁਰੂ ਰਾਮਦਾਸ ਜੀ, ਤਾਂ ਹੀ ਸਾਰੀ ਦੁਨੀਆ ਤੁਹਾਡੇ ਅੱਗੇ ਝੁਕੀ ਹੈ। ਗੱਲ ਨਾਲ ਲਾਇਆ। ਮੈਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਾਂ ਵੀ ਬਾਬੇ ਸ਼੍ਰੀ ਚੰਦ ਜੀ ਦਾ ਐਡਾ ਸਤਿਕਾਰ ਕਿਉਂ? ਸਾਡੇ ਵਾਲਿਆਂ ਦਾ ਤੇ ਜ਼ੋਰ ਲੱਗਾ ਵੀ ਇਹ ਸਾਖੀ ਕੱਢ ਕੇ ਇਤਿਹਾਸ ਚੋਂ ਪਰਾਂ ਸੁੱਟ ਦਈਏ। ਹੁਣ ਤੇ ਇੱਥੋਂ ਤੱਕ ਜ਼ੋਰ ਲੱਗਾ ਵੀ ਭੱਟਾਂ ਦੀ ਬਾਣੀ, ਦਸਮ ਬਾਣੀ, ਸਭ ਕੁਝ ਹੀ ਕੱਢ ਕੇ ਸੁੱਟ ਦਈਏ ਖਾਲਸਾ ਪੰਥ ਦੇ ਵਿੱਚੋਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਮੇਰੇ RAM ਹਰ ਜਨ ਕੈ ਹਉ ਬਲ ਜਾਈ, ਕੇਸਾਂ ਕਾ ਕਰ ਚਵਰ ਢੁਲਾਵਾ, ਚਰਨ ਧੂੜ ਮੁਖ ਲਾਈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਨ ਮਿਲ ਪਵੇ, ਹਰੀ ਦਾ ਜਨ, ਹਰੀ ਦਾ ਪਿਆਰਾ, ਪਰਮੇਸ਼ਵਰ ਦਾ ਭਗਤ ਮਿਲ ਪਵੇ। ਨਹੀਂ ਚੌਰ ਹੈਗਾ, ਨਹੀਂ ਪੱਖਾ ਹੈਗਾ ਝੱਲਣ ਨੂੰ, ਤੇ ਕੇਸਾਂ ਦਾ ਹੀ ਪੱਖਾ ਚੱਲਦੇ ਉਸ ਨੂੰ। ਤੇ ਚਰਨਾਂ ਦੀ ਧੂੜ ਲੈ ਕੇ ਮਸਤਕ ਨੂੰ ਲਾ। ਕਿਸੇ ਨੇ ਪੁੱਛਿਆ ਜੀ ਕਿਉਂ ਲਾਵਾਂ? ਕਹਿੰਦੇ ਸੱਚਾ ਅਮਰ, ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ, ਸੱਚਾ ਸੁਖ, ਸੱਚੀ ਵਡਿਆਈ, ਜਿਸ ਕੇ ਸੇ ਤਿਨ ਜਾਤੇ। ਕਹਿੰਦੇ ਦੇਖੋ ਸੱਚਾ ਅਮਰ, ਇਹਨਾਂ ਦਾ ਦਬਦਬਾ, ਇਹਨਾਂ ਦਾ ਜਿਹੜਾ ਜਸ ਹੈ, ਕੀਰਤੀ ਹੈ, ਸਦੀਵੀ ਹੈ, ਸੱਚੀ ਹੈ, ਦੁਨੀਆ ਤੇ ਰਵੇਗੀ।
ਇਹ ਸੱਚ ਵਿੱਚ ਰੰਗੇ ਹੋਏ ਨੇ। ਇਹਨਾਂ ਦੀ ਵਡਿਆਈ ਸੱਚੀ ਹੈ, ਜਿਸ ਪਰਮੇਸ਼ਵਰ ਦੇ ਇਹ ਪਿਆਰੇ ਨੇ। ਇਹਨਾਂ 'ਚ ਇੰਨੇ ਗੁਣ ਨੇ, ਉਹੀ ਗੁਣਾਂ ਨੂੰ ਜਾਣਦਾ ਹੈ। ਇਨਸਾਨ ਵਿੱਚ ਤੇ ਇੰਨੀ ਵੀ ਤਾਕਤ ਨਹੀਂ ਵੀ ਸੰਤਾਂ ਦੇ ਗੀਤ ਗਾ ਕੇ ਅੰਤ ਪਾ ਸਕੇ। ਇੰਨੀ ਵਡਿਆਈ। ਕਹਿੰਦੇ ਕੇਸਾਂ ਦਾ ਚੌਰ ਕਰ ਇਹਨਾਂ ਨੂੰ। ਇਹ ਸਾਨੂੰ ਪ੍ਰੈਕਟੀਕਲੀ ਸਮਝਾ ਦਿੱਤਾ ਗੁਰੂ ਰਾਮਦਾਸ ਪਾਤਸ਼ਾਹ ਨੇ। ਗੁਰੂ ਰਾਮਦਾਸ ਪਾਤਸ਼ਾਹ ਪਤਾ ਕੌਣ ਨੇ? ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਣੰ ਸਤਗੁਰ ਗੁਰਸੇਵ ਅਲਖਗਤ ਜਾਂ ਕੀ ਸ੍ਰੀ ਰਾਮਦਾਸ ਤਾਰਨ ਤਰਣੰ। ਕਹਿੰਦੇ ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਪਰਮ ਈਸ਼ਵਰ ਪਰਮਾਤਮਾ ਆਪ ਗੁਰੂ ਰਾਮਦਾਸ ਬਣਿਆ ਹੈ ਦੁਨੀਆ ਤੇ, ਜਿਹੜਾ ਆਦ ਹੈ ਸਾਰਿਆਂ ਦਾ, ਪੋਖਣ ਭਰਣੰ ਸਾਰਿਆਂ ਨੂੰ ਪਾਲਦਾ ਹੈ ਜਿਹੜਾ, ਉਹੀ ਗੁਰੂ ਰਾਮਦਾਸ ਹੈ। ਦਾ ਪ੍ਰਾਈਮਲ ਬੀਇੰਗ ਉਹੀ ਗੁਰੂ ਰਾਮਦਾਸ ਹੈ। ਤੇ ਖੁਦ ਖੁਦਾ ਹੋ ਕੇ ਆਪਣੇ ਪਿਆਰਿਆਂ ਨੂੰ ਮਾਣ ਕਿਉਂ ਨਹੀਂ ਦਵੇਗਾ? ਤੇ ਜੇ ਪਰਮੇਸ਼ਵਰ ਦੇ ਸਰੂਪ ਹੋ ਕੇ ਬਾਬਾ ਸ਼੍ਰੀ ਚੰਦ ਜੀ ਅੱਗੇ ਸਿਜਦਾ ਕਰਦੇ ਨੇ ਉਹ, ਤੇ ਮੈਨੂੰ ਇਸ ਗੱਲ ਦਾ ਜਵਾਬ ਦੇ, ਤੇਰੀ ਕੀ ਹਸਤੀ ਹੈ ਤੂੰ ਬਾਬਾ ਸ਼੍ਰੀ ਚੰਦ ਨੂੰ ਬੁਰਾ ਆਖੇ? ਮੈਂ ਇਹ ਬਚਨ ਕਹਿ ਕੇ ਫਤਿਹ ਬੁਲਾਵਾਂ, ਵਿਸ਼ਰਾਮ ਨੂੰ ਸੰਕੋਚ ਕਰਕੇ ਇੱਥੇ ਹੀ ਲਾ ਦੇਵਾਂ ਆਪਣੀ ਕਥਾ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਦੇ ਫਿਰ ਬੋਲ ਦੁਹਰਾ ਦੇਵਾਂ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ। ਮਾਏ ਉਹਦਾ ਪਰਿਵਾਰ ਧੰਨ, ਬਾਈ ਧੰਨ, ਬਾਪ ਧੰਨ, ਗੁਰੂ ਕੀ ਅੰਸ਼ ਧੰਨ। ਤੇ ਇਸ ਗੱਲ ਨੂੰ ਜਰਾ ਸਮਝ ਲਿਓ, ਇਹ ਗੁਰੂ ਨਾਨਕ ਸਾਹਿਬ ਦਾ ਹੀ ਵਾਰਸ ਸੀ ਬਾਬਾ ਸ਼੍ਰੀ ਚੰਦ ਜੀ ਨੂੰ ਵੀ ਤੇਰੀ ਬੜੀ ਵੱਡੀ ਸੰਪਰਦਾਇ ਚੱਲੇਗੀ। ਜਦੋਂ ਆਏ ਸਨ ਨਾ ਉਦਾਸੀਆਂ ਤੋਂ, ਕਾਹਦੇ ਲਈ ਗਏ ਨੇ ਉਦਾਸੀਆਂ ਤੇ? ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰਵਡ ਭਾਗੀ, ਪਾਇਆ ਭੁੱਲਿਆ ਨੂੰ ਸਿੱਧੇ ਰਸਤੇ ਪਾਉਣ ਗਏ ਗੁਰੂ ਨਾਨਕ ਸਾਹਿਬ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਮਹਾਰਾਜ ਕਰਤਾਰਪੁਰ ਆ ਗਏ, ਉਹ ਸਾਦਗੀ ਦਾ ਲਿਬਾਸ ਲਾ ਦਿੱਤਾ ਤੇ ਬਾਬਾ ਸ਼੍ਰੀ ਚੰਦ ਕਹਿੰਦੇ ਪਿਤਾ ਜੀ ਇਹ ਮੈਂ ਪਾ ਲੈਣਾ ਹੈ, ਕਿਰਪਾ ਕਰੋ ਮੈਂ ਵਿਚਰ ਕੇ ਸਿੱਖੀ ਦਾ ਪ੍ਰਚਾਰ ਕਰਾਂ। ਕਹਿੰਦੇ ਠੀਕ ਹੈ, ਤੇਰੀ ਬੜੀ ਵੱਡੀ ਉਦਾਸੀਨ ਸੰਪਰਦਾਇ ਚੱਲੇਗੀ ਜੋ ਸਿੱਖ ਪੰਥ ਦਾ ਇੱਕ ਅਨਿਖੜਵਾਂ ਅੰਗ ਹੋਵੇਗੀ। ਉਦਾਸੀ ਕੀ ਹੈ? ਉਪਰਾਮ ਵਿਰਕਤ, ਜੋ ਸੰਸਾਰ ਵੱਲੋਂ ਨਿਰਾਸ਼ ਹੈ, ਨਿਰੰਕਾਰ ਨਾਲ ਜੁੜਿਆ ਹੈ। ਵੇਖੋ ਗ੍ਰਸਤ ਦੀ ਬੜੀ ਮਹਾਨਤਾ ਹੈ, ਕਿਉਂਕਿ ਗ੍ਰਸਤ ਨਾ ਹੋਵੇ ਤੇ ਦੁਨੀਆ ਦੀ ਪੈਦਾਇਸ਼ ਨਹੀਂ ਹੋ ਸਕਦੀ। ਪਰ ਗ੍ਰਸਤੀ ਉਹ ਮਹਾਨ ਹੈ ਜਿਹੜਾ ਪਰਮਾਤਮਾ ਦੇ ਗੀਤ ਗਾਉਂਦਾ। ਇਹ ਨਹੀਂ ਵੀ ਵਿਆਹ ਕਰਾ ਲਿਆ, ਬੀਬੀ ਘਰ ਵਿੱਚ ਲੈ ਆਂਦੀ ਤੇ ਇੰਨੇ ਜੀ ਮਹਾਨ ਹੋ ਗਿਆ। ਕਹਿੰਦੇ ਨਹੀਂ, ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ, ਨਾਮ ਰਤਾ ਸੋਈ ਨਿਰਵਾਣ। ਉਹ ਨਿਰਲੇਪ ਹੈ, ਨਿਰਵਾਣ ਹੈ ਜਿਹੜਾ ਨਾਮ ਚ ਰੰਗਿਆ ਹੈ। ਤੇ ਜਿਹੜਾ ਵਿਆਹ ਕਰਾ ਕੇ ਘਰ ਵਾਲੀ ਕੋਲ ਹੀ ਬੈਠਾ ਰਵੇ, ਨਿਆਣੇ ਚੱਟੀ ਜਾਵੇ, ਗੁਰੂ ਨਾਨਕ ਦਾ ਨਾਮ ਹੀ ਨਾ ਲਵੇ, ਗੁਰੂ ਘਰ ਨਤਮਸਤਕ ਹੀ ਨਾ ਹੋਵੇ, ਸੇਵਾ ਹੀ ਨਾ ਕਰੇ, ਸਿਮਰਨ ਹੀ ਨਾ ਕਰੇ, ਉਹ ਗ੍ਰਸਤੀ ਪ੍ਰਵਾਨ ਨਹੀਂ। ਉਹ ਉਦਾਸੀ ਪ੍ਰਵਾਨ ਨਹੀਂ ਜਿਹੜਾ ਅਕਾਲ ਪੁਰਖ ਦੇ ਗੀਤ ਨਾ ਗਾਵੇ। ਸੋ ਇਸ ਗੱਲ ਦਾ ਖਿਆਲ ਰੱਖਿਓ, ਚਾਹੇ ਉਦਾਸੀ ਹੈ, ਚਾਹੇ ਗ੍ਰਸਤੀ ਹੈ, ਚਾਹੇ ਕੋਈ ਬਿਹੰਗਮ ਹੈ, ਸਾਰੇ ਹੀ ਪ੍ਰਵਾਨ ਨੇ ਅਗਰ ਨਾਮ ਰਤੇ ਨੇ। ਨਾਮ ਰਤਾ ਸੋਈ ਨਿਰਵਾਣ। ਮਹਾਨ ਸੰਪਰਦਾਇ ਦਾ ਆਗਾਜ਼ ਹੋਇਆ। ਬਾਬਾ ਸ਼੍ਰੀ ਚੰਦ ਜੀ ਬਾਨੀ ਸਨ, ਬਾਲੂ ਹਸਨਾ ਅਲਮਸਤ ਫੂਲ ਸ਼ਾਹ ਤੇ ਗੋਂਦਾ ਆਦਿ ਅੱਗੇ ਮਹਾਪੁਰਸ਼ ਹੋਏ। ਔਰ ਸਭ ਤੋਂ ਵੱਡੀ ਗੱਲ, ਇਸ ਸੰਪਰਦਾਇ ਨੂੰ ਸੁਰਜੀਤ ਰੱਖਣ ਲਈ ਬਾਬਾ ਸ਼੍ਰੀ ਚੰਦ ਜੀ ਤੋਂ ਬਾਅਦ ਇਸ ਸੰਪਰਦਾਇ ਦੇ ਬਾਨੀ ਬਾਬਾ ਗੁਰਦਿੱਤਾ ਜੀ ਜਿਹੜੇ ਨੇ ਨਾ, ਖੁਦ ਖੁਦਾ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਸੌਂਪੇ ਨੇ ਬਾਬਾ ਸ਼੍ਰੀ ਚੰਦ ਜੀ ਨੂੰ। ਇਹ ਉਦਾਸੀਨ ਸੰਪਰਦਾਇ ਸਿੱਖੀ ਦਾ ਮਹਾਨ ਅੰਗ ਹੈ। ਇਹ ਇਸੇ ਤਰ੍ਹਾਂ ਹੀ ਪ੍ਰਫੁੱਲਤ ਰਹੇਗੀ ਤੇ ਸੇਵਾ ਵਿੱਚ ਬਾਬਾ ਗੁਰਦਿੱਤਾ ਜੀ ਤੁਹਾਡੇ ਹਾਜ਼ਰ ਨੇ। ਲਖਤੇ ਜਿਗਰ ਨੂੰ ਪਿਆਰਾ ਕੀ ਹੁੰਦਾ ਹੈ? ਆਪਣਾ ਬੱਚਾ ਦੇ ਦੇਣਾ ਹੈ। ਸੋ ਇਹ ਮਹਾਨ ਸੰਪਰਦਾਇ ਚੱਲੀ, ਮਹਾਨ ਇਹਨਾਂ ਦੀਆਂ ਪਰੰਪਰਾਵਾਂ ਨੇ ਜੋ ਗੁਰਮਤ ਦੇ ਅਨੁਕੂਲ ਨੇ। ਜਦੋਂ ਬਿਪਤਾ ਪਈ ਪੰਥ ਤੇ 17ਵੀਂ 18ਵੀਂ 19ਵੀਂ ਸਦੀ ਵਿੱਚ ਮੁਗਲਿਆ ਸਲਤਨਤ ਨਾਲ, ਅੰਗਰੇਜ਼ਾਂ ਨਾਲ ਸਿੱਖ ਟਕਰਾਉਂਦੇ ਰਹੇ, ਇਹਨਾਂ ਬੇਅੰਤ ਸੇਵਾਵਾਂ ਨਿਭਾਈਆਂ। ਇੱਥੋਂ ਤੱਕ ਇਹ ਇਬਾਦਤ ਬੰਦਗੀ ਕਰਨ ਵਾਲੇ ਮਹਾਪੁਰਸ਼
ਜ਼ਿਆਦਾ ਪੀਰੀ ਵਿੱਚ ਭਗਤੀ ਵਿੱਚ ਵਿਚਰਨ ਵਾਲੇ ਮੀਰੀ ਦੇ ਵੀ ਧਾਰਨੀ ਹੋ ਜਾਂਦੇ ਰਹੇ। ਕਲਗੀਧਰ ਦੇ ਇੱਕ ਹੁਕਮ ਤੇ ਉਦਾਸੀਨ ਮਹਾਂਪੁਰਸ਼ ਕਿਰਪਾਲ ਦਾਸ ਕੁਤਕਾ ਲੈ ਕੇ ਮੈਦਾਨੇ ਜੰਗ ਵਿੱਚ ਆਇਆ। ਬਚਿੱਤਰ ਨਾਟਕ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਲਿਖਦੇ ਹੋਏ ਕਹਿੰਦੇ ਨੇ, ਕਿਰਪਾਲੰਕ ਪੋਇਓ ਹੈ ਕੁਤਕੋ ਸੰਭਾਰੀ, ਹਟੀ ਖਾਨ ਹਯਾਤ ਕੇ ਸੀਸ ਜਾਰੀ। ਹਯਾਤ ਖਾਨ ਦੇ ਸਿਰ ਵਿੱਚ ਮਾਰ ਕੇ ਮਟਕੀ ਵਾਂਗੂ ਸਿਰ ਫੋੜ ਦਿੱਤਾ ਸੀ ਬਾਬੇ ਕਿਰਪਾਲ ਦਾਸ ਨੇ। ਇਹ ਉਦਾਸੀ ਮਹਾਂਪੁਰਸ਼ ਹੈ। ਇੱਕ ਬਾਬੇ ਦਾ ਆਪਾਂ ਜ਼ਿਕਰ ਕਰ ਹੀ ਆਏ, ਗੁਰਬਖਸ਼ ਦਾਸ ਦਾ, ਜਿਹਨੂੰ ਨੰਦਾਂ ਦੀ ਪੁਰੀ ਦੇ ਗੁਰਧਾਮਾਂ ਦੀ ਸੇਵਾ ਦਿੱਤੀ। ਉਹ ਮਹਾਰਾਜ ਨੇ ਇਹਨਾਂ ਨੂੰ ਆਪਣਾ ਇੱਕ ਅੰਗ ਬਣਾ ਕੇ ਰੱਖਿਆ ਹੈ। ਤੇ ਜਿਸ ਨੂੰ ਗੁਰੂ ਬਚਨ ਕਰਕੇ ਅੰਗ ਬਣਾ ਲਵੇ, ਤੂੰ ਕੌਣ ਹੈ ਦੂਰ ਕਰਨ ਵਾਲਾ। ਮੈਂ ਫਿਰ ਪੜ ਦਵਾਂ, ਗੁਰ ਕਾ ਸ਼ਬਦ ਨਾ ਮੇਟੈ ਕੋਏ, ਗੁਰ ਨਾਨਕ ਨਾਨਕ ਹਰ ਸੋਏ। ਗੁਰੂ ਦਾ ਬਚਨ ਹੈ, ਇਹ ਸਿੱਖੀ ਦਾ ਮਹਾਨ ਅੰਗ ਨੇ, ਸੰਪਰਦਾਏ ਨੇ। ਕੌਣ ਹੈ ਇਹਨਾਂ ਨੂੰ ਮਿਟਾਉਣ ਵਾਲਾ। ਅੱਜ ਉਸ ਸੰਪਰਦਾਏ ਦੇ ਅਨੇਕਾਂ ਹੀ ਮਹਾਂਪੁਰਸ਼ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਤੇ ਜਿਸ ਪਾਕ ਜਗ੍ਹਾ ਤੇ ਤੁਸੀਂ ਬੈਠੇ ਹੋ, ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਵਾਲੇ ਉਦਾਸੀਨ ਸੰਪਰਦਾਏ ਦੀ ਇਸ ਪਰੰਪਰਾ ਨੂੰ, ਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਦੇ ਲਈ ਇਹ ਮਹਾਨ ਗੁਰਮਤਿ ਸਮਾਗਮ ਉਲੀਕਦੇ ਨੇ। ਇੱਥੇ ਖੰਡੇ ਦੀ ਪੌਲ ਬਰਸਦੀ ਹੈ, ਹਜ਼ਾਰਾਂ ਪ੍ਰਾਣੀ ਅੰਮ੍ਰਿਤ ਛਕਦੇ ਨੇ। ਸੋ ਇਸ ਗੱਲ ਦਾ ਖਿਆਲ ਰੱਖਿਓ, ਜਿਹੜਾ ਗੁਰੂ ਨਾਨਕ ਦੀ ਫੁਲਵਾੜੀ ਨੂੰ ਖਿਡਾਉਂਦਾ ਹੈ, ਪ੍ਰਫੁੱਲਤ ਕਰਦਾ ਹੈ, ਉਹ ਪੰਥ ਦਾ ਹਿੱਸਾ ਹੀ ਹੈ। ਹਾਂ, ਕੋਈ ਆਪ ਗੁਰੂ ਅਖਵਾਉਂਦਾ ਹੈ ਤੇ ਸਿੱਖ ਉਹਦੇ ਤੋਂ ਦੂਰੀ ਬਣਾਉਣ, ਕਿਉਂਕਿ ਸਾਡੇ ਲਈ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸੋ ਐਸੇ ਮਹਾਂਪੁਰਸ਼ਾਂ ਦੀ ਸੰਗਤ ਕਰੋ ਜਿਹੜੇ ਸਿੱਖੀ ਦੇ ਫਲਸਫੇ ਨੂੰ ਪ੍ਰਫੁੱਲਤ ਕਰਦੇ ਨੇ, ਸਿੱਖੀ ਸਿਧਾਂਤ ਦੇ ਧਾਰਨੀ ਨੇ। ਬਾਬਾ ਸ਼੍ਰੀ ਚੰਦ ਦੀ ਬਾਬਤ ਮੈਂ ਹੋਰ ਕੀ ਕਵਾਂ, ਕਹਿੰਦੇ ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀਐ, ਅਗਮ ਅਗੋਚਰ ਸਦ ਅਬਿਨਾਸੀ, ਸਰਣ ਸੰਤਨ ਕੀ ਲਹੀਐ, ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਹੀ ਵਿਲ ਲਿਬਰੇਟਸ ਦਾ ਯੂਨੀਵਰਸ। ਉਹਦੀ ਸ਼ਰਨ ਆ, ਉਹ ਦੁਨੀਆ ਤਰ ਜਾਂਦੀ ਹੈ। ਐਵੇਂ ਨਹੀਂ ਇਹ ਰੌਣਕਾਂ ਲੱਗਦੀਆਂ ਸਾਧੂਆਂ ਦੇ ਦਰ ਤੇ। ਆਓ ਰਲ ਮਿਲ ਕੇ ਰਹੀਏ। ਬਾਣੀ ਕਹਿੰਦੀ ਹੈ, ਏਕ ਪਿਤਾ ਏਕ ਸਕੇ, ਹਮ ਬਾਰਕ ਤੂੰ ਮੇਰਾ ਗੁਰਹਾਈ। ਸਾਡਾ ਬਾਪੂ ਗੁਰੂ ਨਾਨਕ ਹੈ। ਚਾਹੇ ਦਮਦਮੀ ਟਕਸਾਲ ਹੈ, ਨਿਹੰਗ ਸਿੰਘ ਜਥੇਬੰਦੀਆਂ ਨੇ, ਉਦਾਸੀਨ ਮਹਾਂਪੁਰਸ਼ ਨੇ, ਨਿਰਮਲੇ ਨੇ, ਨਾਨਕਸਰ ਸੰਪਰਦਾਇ ਹੈ, ਰਾੜਾ ਸਾਹਿਬ ਹੈ, ਸੇਵਾ ਪੰਥੀ ਨੇ, ਹੋਰ ਵੀ ਜਿੰਨੇ ਵੀ ਨਾਨਕ ਨਾਮ ਲੇਵਾਕਾਰ ਸੇਵਾ ਵਾਲੇ ਜਾਂ ਹੋਰ ਮਹਾਂਪੁਰਸ਼ ਨੇ, ਸਾਡੇ ਸਾਰਿਆਂ ਦਾ ਬਾਪੂ ਗੁਰੂ ਨਾਨਕ ਹੈ। ਤੇ ਜਿਹੜਾ ਵੀ ਸਿੱਖੀ ਦਾ ਪ੍ਰਚਾਰ ਕਰੇਗਾ, ਉਹਦਾ ਸਤਿਕਾਰ ਏਦਾਂ ਕਰਨਾ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰਹ ਨਾਮ ਜਪਾਵੈ। ਧਨ ਸੋ ਗਿਰਹੀ। ਮਹਾਰਾਜ ਕਹਿੰਦੇ ਨੇ, ਉਹ ਗਿਰਹੀ ਤਨ, ਉਹ ਉਦਾਸੀ ਤਨ, ਜਿਹੜਾ ਰੱਬ ਦੇ ਗੀਤ ਗਾਵੇ, ਉਹ ਪ੍ਰਵਾਨ ਹੈ। ਕਹਿੰਦੇ ਗੁਰਮੁਖ ਕੀਮਤ ਪਾਏ ਜੀਓ, ਤਨ ਗਿਰਹੀ ਉਦਾਸੀ ਗੁਰਮੁਖ। ਗੁਰਮੁਖ ਕੀਮਤ ਪਾਏ ਜੀਓ, ਜਿਹੜਾ ਗੁਰੂ ਦੀ ਮੱਤ ਤੇ ਚੱਲਿਆ। ਉਦਾਸੀ ਹੈ, ਗ੍ਰਸਤੀ ਹੈ, ਉਹ ਪ੍ਰਵਾਨ ਹੈ। ਦਾਸ ਵਿਚਾਰ ਨੂੰ ਸੰਕੋਚਦਾ ਹੈ, ਭੁੱਲ ਚੁੱਕ ਦੀ ਖਿਮਾ। ਹਾਜ਼ਰੀ ਪ੍ਰਵਾਨ ਕਰਨੀ। ਜਿੱਥੇ ਆਪ ਸੰਗਤਾਂ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਹੋ, ਬੇਅੰਤ ਸੰਪਰਦਾਵਾਂ ਦੇ ਮਹਾਂਪੁਰਸ਼ ਹਾਜ਼ਰੀਨ ਨੇ, ਸਭ ਨੂੰ ਜੀ ਆਇਆਂ। ਇੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਈਆਂ ਨੇ। ਇਹ ਭਾਵਨਾ ਹੈ ਸੰਗਤ ਦੀ। ਕਰੋਨਾ ਮਹਾਮਾਰੀ ਦੇ ਸਮੇਂ ਪ੍ਰਸ਼ਾਸਨ ਨੇ ਵੀ ਜ਼ੋਰ ਲਾਇਆ ਹੈ ਵੀ ਇਹ ਬਹੁਤਾਤ ਵਿੱਚ ਇਕੱਠ ਨਾ ਹੋਵੇ। ਮਹਾਂਪੁਰਸ਼ਾਂ ਨੇ ਵੀ ਇਹੀ ਯਤਨ ਰੱਖੇ ਸਨ ਵੀ ਸਾਦਗੀ ਦੇ ਵਿੱਚ ਦਰਬਾਰ ਦੇ ਅੰਦਰ ਜੋੜ ਮੇਲਾ ਦੀਵਾਨ ਹਾਲ ਦੇ ਅੰਦਰ ਕਰ ਲਿਆ ਜਾਵੇ। ਫਿਰ 3-4 ਕਿੱਲਿਆਂ 'ਚ ਪੰਡਾਲ ਸੰਗਤ ਦੀ ਆਮਦ ਕਰਕੇ ਲਾਉਣਾ ਪਿਆ, ਵਧਾਉਣਾ ਪਿਆ। ਸੰਗਤਾਂ ਦਾ ਇਹ ਪ੍ਰੇਮ ਹੈ। ਹਰ ਸਾਲ ਦੀ ਤਰ੍ਹਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਿਰਕਤ ਕਰ ਰਹੀਆਂ ਨੇ। ਔਰ ਸਿੱਖ ਚੈਨਲ ਦੇ ਉੱਤੇ, ਹੋਰ ਚੈਨਲਾਂ ਤੇ, ਦੇਸ਼ਾਂ ਦੇਸ਼ਾਂਤਰਾਂ ਵਿੱਚ ਕਰੋੜਾਂ ਸੰਗਤਾਂ ਇਸ ਸਮਾਗਮ ਨੂੰ ਲਾਈਵ ਦੇਖ ਰਹੀਆਂ ਨੇ। ਸਰਬੱਤ ਸੰਗਤਾਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। ਮਹਾਂਪੁਰਸ਼ ਬਾਬਾ ਗੁਰਵਿੰਦਰ ਸਿੰਘ ਜੀ, ਜਿਨ੍ਹਾਂ ਦਾ ਹੁਕਮ ਸੀ ਆਪ ਸੰਗਤ ਦੇ ਚਰਨ ਪਰਸਣ ਦਾ, ਉਹਨਾਂ ਦਾ ਵੀ ਧੰਨਵਾਦ ਹੈ ਜੀ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ